ਬਹਿਣ ਹੀ ਜੋਗਾ, ਕਿਉਂਕਿ ਜਿਹਨੂੰ ਮਿਲਣ ਆਇਆ ਏ, ਜਿਹਦੇ ਨਾਲ ਮੁਲਾਕਾਤ ਕਰਨੀ, ਉਹ ਤਾਂ ਸਮਾਧੀ 'ਚ ਹੈ, ਉਹ ਤਾਂ ਜੁੜੇ ਹੋਏ ਹੈ। ਆਖਰ ਨੂੰ ਸਬਰ ਵਾਲਾ ਸੀ, ਉਹੋ ਜਿਹਾ ਹੁੰਦਾ ਤੇ ਉੱਠ ਤੁਰਦਾ। ਪਰ ਕਈ ਰਾਜੇ ਨੇਕ ਹੁੰਦੇ, ਜਿੱਦਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਹੈ, ਉਹਦੀ ਸਿਫਤ ਆਪਾਂ ਸਭ ਨੂੰ ਪਤਾ ਵੀ ਉਹ ਕਿੱਦਾਂ ਦਾ ਨੇਕ ਜਨ ਹੈ, ਭਾਵੇਂ ਆਪਣੇ ਦੇਸ਼ ਦਾ ਨਹੀਂ, ਫਿਰ ਵੀ ਅੱਜ 100 ਦੇ ਵਿੱਚੋਂ 65% ਤੁਹਾਡੀ ਜਵਾਨੀ ਉਹਨਾਂ ਦੇ ਕੋਲ ਆ, ਤੇ ਉਹ ਇਕੱਲਾ ਹੀ ਤੁਰਿਆ ਫਿਰਦਾ ਰਹਿੰਦਾ। ਕਦੇ ਉਹ ਸ਼ਾਪਿੰਗ ਕਰਨ ਜਾਂਦਾ ਤਾਂ ਵੀ ਇਕੱਲਾ, ਜੇ ਉਹਨੇ ਕੋਈ ਮੀਟਿੰਗ 'ਤੇ ਜਾਣਾ ਜਾਂ ਕਿਤੇ ਇੰਜੋਏ ਕਰਨਾ, ਪਾਰਕਿੰਗ ਵਗੈਰਾ, ਤਾਂ ਵੀ ਇਕੱਲਾ। ਅਤੇ ਸਾਡੇ ਵਾਲਿਆਂ ਦਾ ਹਾਲ ਵੇਖਿਓ ਵੀ ਕੋਈ ਮਰੀਜ਼ ਆ, ਉਹ ਬਿਮਾਰ ਆ, ਉਹਨੂੰ ਹਸਪਤਾਲ ਲਿਜਾਣਾ ਅਤੇ ਅਗਲੇ ਪਾਸੇ ਰਸਤਾ ਬੰਦ ਹੈ। ਕਹਿੰਦੇ ਗੱਲ ਕੀ ਹੈ? ਕਹਿੰਦੇ ਮੰਤਰੀ ਸਾਹਿਬ ਨੇ ਆਉਣਾ। ਮਰੀਜ਼ ਮਰ ਜਾਂਦਾ, ਮੰਤਰੀ ਭਲੇ ਅੰਮ੍ਰਿਤਸਰ ਹੋਵੇ ਅਤੇ ਬਾਹਰ ਰਾਹ ਪਹਿਲਾਂ ਹੀ ਬੰਦ ਕਰ ਦਿੰਦੇ। ਇਹਨਾਂ ਚੀਜ਼ਾਂ ਨੇ ਆਪਣਾ ਦੇਸ਼ ਥੱਲੇ ਲਾਇਆ, ਕਿਉਂਕਿ ਚਲੋ ਸੰਗਤ ਸੁਣਦੀ ਸੱਚ ਤੇ ਸੱਚ ਹੀ ਰਹਿਣਾ, ਭਾਵੇਂ ਕੌੜਾ ਹੀ ਹੈ। ਵੀ ਮੰਤਰੀ ਅੰਮ੍ਰਿਤਸਰ ਹੁੰਦਾ ਅਤੇ ਸੁਲਤਾਨਪੁਰ ਪਹਿਲਾਂ ਹੀ ਬੰਦ ਕਰ ਦਿੰਦੇ। ਇੱਧਰ ਦੀ ਨਹੀਂ ਲੰਘਣਾ ਜੀ, ਮੰਤਰੀ ਸਾਹਿਬ ਆ ਰਹੇ ਆ, ਕਿੱਡਾ ਕੁ ਪਹਾੜ ਫਤਿਹ ਕਰਕੇ ਆ ਰਹੇ ਆ। ਅਤੇ ਉਹ ਵੀ ਲੋਕ ਹੈਗੇ ਜਿਹੜੇ ਇਕੱਲੇ ਹੀ ਤੁਰੇ ਫਿਰਦੇ, ਨਾ ਕੋਈ ਗਨਮੈਨ ਨਾ ਕੁਝ। ਕਿਸੇ ਨੇ ਪੁੱਛਿਆ, ਕਹਿਣ ਲੱਗੇ ਵੀ ਤੁਹਾਨੂੰ ਡਰ ਨਹੀਂ ਲੱਗਦਾ ਵੀ ਸਾਡੇ ਪੰਜਾਬ ਦੇ ਵਿੱਚ ਤਾਂ ਬੰਦਾ ਆਮ ਹੀ ਕੋਈ ਮੈਂਬਰ ਸਰਪੰਚ ਬਣ ਜੇ, 25-30 ਤੇ ਉਹਦੇ ਨਾਲ ਹੁੰਦੇ ਆ, ਅਤੇ ਤੂੰ ਐਡਾ ਤਕੜਾ ਪ੍ਰਧਾਨ ਮੰਤਰੀ ਇਕੱਲਾ ਹੀ ਤੁਰਿਆ ਫਿਰਦਾ। ਜੇ ਤੈਨੂੰ ਕੋਈ ਗੋਲੀ ਮਾਰ ਗਿਆ, ਫਿਰ ਹੱਸ ਕੇ ਕਹਿੰਦਾ ਗੋਲੀ ਤਾਂ ਹੀ ਮਾਰੂ ਜੇ ਮੈਂ ਕਿਸੇ ਦਾ ਕੁਝ ਖਾਧਾ ਹੋਊ। ਆਖੋ ਸਤਿਨਾਮ। ਕਿਉਂਕਿ ਜਿਹਨੇ ਗਲਤ ਕੀਤਾ ਡਰ ਉਹਨੂੰ ਹੈ, ਦੂਜੇ ਨੂੰ ਕੋਈ ਡਰ ਨਹੀਂ ਹੈ। ਉਹ ਕਹਿੰਦਾ ਮੈਂ ਕਿਸੇ ਦਾ ਖਾਧਾ ਹੀ ਨਹੀਂ, ਮੈਂ ਗਲਤ ਨਹੀਂ ਹੈ, ਮੈਂ ਤਾਂ 1-1 ਰੁਪਈਏ ਦਾ ਦੇਣਦਾਰ ਹਾਂ ਆਪਣੀ ਜਨਤਾ ਦਾ। ਉਹ ਤਾਂ ਗੋਲੀ ਕੀ ਮਾਰਨੀ, ਫੁੱਲਾਂ ਦੇ ਹਾਰ ਲੈ ਕੇ ਖੜੋਤੇ, ਕਿਤੇ ਮਿਲ ਜੀਏ ਤੇ ਗੱਲ 'ਚ ਪਾ ਦਈਏ। ਉਹ ਵੀ ਤਾਂ ਰਾਜੇ ਹੀ ਹੈ। ਬਸ ਇਹੀ ਗੱਲ ਹੁੰਦੀ। ਉਹ ਰਾਜਾ ਬੈਠਾ ਰਿਹਾ। ਜਦੋਂ ਸ਼ਾਮਾਂ ਦਾ ਸੂਰਜ ਡੁੱਬਣ ਲੱਗਾ ਤੇ ਫਕੀਰ ਨੇ ਨੇਤਰ ਖੋਲ੍ਹੇ, ਹੱਸਿਆ, ਕਹਿੰਦਾ ਵਾਹ ਓਏ ਸੱਜਣਾ, ਬੜੇ ਰਾਜੇ ਇੱਥੇ ਆਏ, ਗੁੱਸੇ ਹੋ ਕੇ ਚਲੇ ਗਏ, ਪਰ ਅੱਜ ਤੇਰਾ ਸਬਰ ਜਿੱਤ ਗਿਆ। ਤੂੰ ਉੱਠਿਆ ਕਿਉਂ ਨਹੀਂ? ਕਹਿੰਦੇ ਉੱਠਣ ਨੂੰ ਦਿਲ ਕਰਦਾ ਸੀ, ਪਰ ਮੇਰੇ ਅੰਦਰ ਇੱਕੋ ਚੀਜ਼ ਸਤਾਉਂਦੀ ਸੀ ਵੀ ਮੈਂ ਜਿੱਥੇ ਵੀ ਜਾਂਦਾ ਲੋਕੀ ਪਹਿਲਾਂ ਹੀ ਸਜਦਾ ਕਰ ਦਿੰਦੇ, ਪਹਿਲਾਂ ਹੀ ਤਿਆਰੀ 'ਚ ਖੜੋਤੇ ਹੁੰਦੇ ਹਾਰ ਲੈ ਕੇ, ਕਿਉਂਕਿ ਉਹਨਾਂ ਨੂੰ ਮੇਰੇ ਤੱਕ ਲੋੜ ਹੈ ਕਿ ਮੈਂ ਉਹਨਾਂ ਦੀ ਕੰਮ ਕਰਾਉਣੇ ਹੁੰਦੇ ਹੈ। ਪਰ ਅੱਜ ਪਹਿਲੀ ਵਾਰ ਕੋਈ ਐਸਾ ਮਿਲਿਆ ਜਿਹਦੇ ਬੂਹੇ 'ਤੇ ਮੈਂ 12 ਘੰਟੇ ਬੈਠਾ ਅਤੇ ਉਹਨੂੰ ਕੋਈ ਮਤਲਬ ਨਹੀਂ। ਫਕੀਰ ਹੱਸ ਕੇ ਕਹਿੰਦਾ ਦਰਅਸਲ ਸੱਚ ਦੱਸਾਂ, ਕਹਿੰਦਾ ਤੂੰ ਵੀ ਰਾਜਾ ਏ, ਮਾਫ ਕਰੀ ਤੇਰਾ ਨਾਦਰ ਨਹੀਂ ਮੈਂ ਕੀਤਾ, ਪਰ ਦਰਅਸਲ ਵਿੱਚ ਮੈਂ ਵੀ ਕਿਤੇ ਮੀਟਿੰਗ 'ਚ ਬਿਜੀ ਸੀ। ਉਹਦੀ ਬੋਲੀ, ਕਹਿੰਦਾ ਮੈਂ ਵੀ ਕਿਸੇ ਮੀਟਿੰਗ 'ਚ ਬਿਜੀ ਸੀ। ਰਾਜਾ ਹੱਸ ਕੇ ਕਹਿੰਦਾ ਵੀ ਸਵੇਰ ਦਾ ਤੇ ਮੈਂ ਵੇਖਿਆ, ਨਾ ਤੂੰ ਪਾਣੀ ਪੀਤਾ, ਨਾ ਪ੍ਰਸ਼ਾਦਾ ਛਕਿਆ, ਨਾ ਤੇਰੀਆਂ ਲੱਤਾਂ ਹੀ ਹਿੱਲੀਆਂ, ਨਾ ਤੇਰਾ ਲੱਕ ਹੀ ਹਿੱਲਿਆ, ਨਾ ਕੋਈ ਤੈਨੂੰ ਮਿਲ ਨਹੀਂ ਆਇਆ, ਤੇ ਤੂੰ ਕਿਹਦੇ ਨਾਲ ਬਿਜੀ ਸੀ? ਇਹ ਹੱਸ ਕੇ ਕਹਿਣ ਲੱਗਾ, ਕਹਿੰਦਾ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਪੱਲੇ ਤੂੰ ਵਸੈ ਤੇ ਨਰ ਕਿਨਹੀ ਬਨੰਜਿਆ ਕਾਂਸੀ ਤਾਂਬਾ, ਕਿਨਹੀ ਸੰਤੋ ਬਣਜਿਆ ਨਾਮ ਗੋਬਿੰਦ ਕਾ। ਕਹਿੰਦੇ ਰਾਜਾ ਮੈਂ ਮੀਟਿੰਗ 'ਚ ਸੀ। ਕਹਿੰਦੇ ਕਿਹਦੇ ਨਾਲ ਮੀਟਿੰਗ ਕਰਦਾ ਸੀ? ਕਹਿਣ ਲੱਗੇ ਜਿਹੜਾ ਤੇਰੇ ਤੋਂ ਵੱਡਾ ਰਾਜਾ। ਉੱਠ ਕੇ ਖੜਾ ਹੋ ਗਿਆ, ਕਹਿੰਦਾ ਫਕੀਰਾ ਤੀਜੀ ਵਾਰ ਰਾਜਾ ਮੈਂ ਬਣ ਗਿਆ ਇਸ ਇਲਾਕੇ ਦਾ, ਮੇਰੇ ਤੋਂ ਵੱਡਾ ਕੌਣ ਜੰਮ ਪਿਆ? ਉਹਨੂੰ ਫਿਕਰ ਪੈ ਗਿਆ ਨਾ ਆਪਣਾ। ਕਹਿੰਦਾ ਬਹਿ ਜਾ ਬਹਿ ਜਾ, ਤੇਰੀ ਗੱਦੀ ਨਹੀਂ ਖੋਣ ਵਾਲਾ, ਬਲਕਿ ਤੈਨੂੰ ਵੀ ਗੱਦੀ ਦੇਣ ਵਾਲਾ ਰਾਜਾ ਉਹ ਪਰਮੇਸ਼ਰ ਹੈ। ਮੈਂ ਉਹਦੀ ਯਾਦ ਵਿੱਚ ਸਵੇਰ ਦਾ ਹੀ ਬੈਠਾ ਅਤੇ ਉਹਦੇ ਨਾਲ ਮੇਰੀਆਂ ਗੱਲਾਂ ਸੁਰਤ ਕਰਕੇ ਹੋ ਰਹੀਆਂ ਸੀ। ਤੂੰ ਚਿੰਤਾ ਨਾ ਕਰ, ਤੈਨੂੰ ਫਿਕਰ ਨਹੀਂ ਪੈਂਦਾ। ਐਸਾ ਪਿਆਰ ਵੇਖ ਕੇ ਰਾਜਾ ਚਰਨਾਂ 'ਤੇ ਢਹਿ ਪਿਆ, ਜਿਹਨੂੰ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਵੀ ਕਹਿੰਦੇ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਸਤਿਗੁਰੂ ਮਹਾਰਾਜ ਰਾਜਿਆਂ ਦੇ ਰਾਜੇ ਹੈ, ਜਿਹਦੇ ਘਰ ਤੁਸੀਂ ਰੋਜ਼ 5 ਵਜੇ ਆ ਕਰਕੇ ਬੈਠ ਜਾਂਦੇ ਹੋ। ਮਹਾਰਾਜ ਜੀ 2 ਮਹੀਨੇ ਤੱਕ ਕਿਸੇ ਨਾਲ ਨਹੀਂ ਬੋਲੇ, ਕੁਝ ਨਹੀਂ ਖਾਧਾ,
ਕੱਲ ਆਪਾਂ ਸਰਵਣ ਕੀਤਾ ਮਹਾਰਾਜ 2 ਮਹੀਨੇ ਬਾਅਦ ਗਏ। ਮਾਂ ਤ੍ਰਿਵਤਾ ਚੌਂਕੇ ਦੇ ਵਿੱਚ ਕਹਿੰਦੇ ਮਾਂ ਕੀ ਗੱਲ ਗੁੱਸੇ ਹੈ? ਮਾਂ ਤ੍ਰਿਵਤਾ ਦੇ ਨੇਤਰ ਭਰ ਆਏ, ਰੋ ਪਈ ਮਾਂ। ਕਹਿਣ ਲੱਗੀ ਜਿਹਦਾ ਕੱਲਾ ਪੁੱਤ ਕੁਝ ਖਾਵੇ ਪੀਵੇ ਨਾ ਉਹਨੂੰ ਨੀਂਦ ਆਉਂਦੀ ਹੈ, ਪੁੱਤਰ ਤੂੰ ਇਦਾਂ ਕਿਉਂ ਕਰਦਾ ਹੈ? ਕਹਿੰਦੇ ਮਾਂ ਲਿਆ ਫਿਰ ਪ੍ਰਸ਼ਾਦਾ ਛਕੀਏ। ਫਿਰ ਮਾਂ ਨੇ ਤਿਆਰ ਕੀਤਾ ਤੇ ਫਿਰ ਗੁਰੂ ਨਾਨਕ ਨੇ ਛਕਿਆ। 2 ਸ਼ਖਸ ਇਦਾਂ ਦੇ ਹੈ, ਇੱਕ ਮਾਤਾ ਤ੍ਰਿਵਤਾ ਤੇ ਇੱਕ ਬੇਬੇ ਨਾਨਕੀ, ਜਿਨ੍ਹਾਂ ਦੇ ਹੱਥ ਦਾ ਬਹੁਤ ਵਾਰੀ ਪ੍ਰਸ਼ਾਦਾ ਰੱਬ ਨੇ ਆਪ ਛਕਿਆ। ਬੜੀ ਵੱਡੀ ਕਮਾਈ ਹੈ। ਧਿਆਨ ਧਰ ਕੇ ਬੋਲੋ ਜੀ, ਫਿਰ ਬੋਲੋ ਜੀ। ਮੇਰੀਓ ਭੈਣੋ, ਤੁਸੀਂ ਵੀ ਕੋਈ ਰੱਬ ਦਾ ਫਕੀਰ ਹੋਵੇ, ਭਗਤ ਸਾਧੂ ਹੋਵੇ, ਉਹਨੂੰ ਪ੍ਰਸ਼ਾਦਾ ਰੀਝ ਨਾ ਛਕਾਓ। ਕਿਤੇ ਘਰੇ ਖੰਡ ਪਾਠ ਹੋਵੇ, ਗ੍ਰੰਥੀ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ, ਪਤਾ ਕਿਉਂ? ਕਿਉਂਕਿ ਉਹਨਾਂ ਦਾ ਸਤਿਕਾਰ ਤੁਹਾਡਾ ਦਰਗਾਹੀ ਹੈ। ਮੈਨੂੰ ਯਾਦ ਆ ਜਾਂਦੀ, ਮੈਂ ਚਾਹੁੰਦਾ ਰੋਜ਼ ਹੀ ਹੈ ਇਤਿਹਾਸ ਤੁਰਿਆ ਜਾਵੇ, ਪਰ ਗੁਰੂ ਮਹਾਰਾਜ ਦਾ ਹੁਕਮ ਹੀ ਲਾ ਲਓ। ਬਾਬਾ ਕਬੀਰ ਸਾਹਿਬ ਜੀ ਨੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਘਰੇ ਪੈਸਾ ਕੋਨੀ, ਸੌਦਾ ਕੋਨੀ। ਕਈ ਵਾਰੀ ਕਥਾ ਸੁਣੀ, ਮੈਂ ਮਾੜਾ ਜਿਹਾ ਉਦਾਹਰਨ ਦੇ ਕੇ ਅੱਗੇ ਜਾਵਾਂ। ਇਹ ਬੀਬੀ ਦਾ ਸਤਰੰਗਾ ਸੂਤ ਉਹਨਾਂ ਨੇ ਸੰਦੂਖ ਚੋਂ ਕੱਢ ਕੇ ਵੇਚਤਾ ਸੀ, ਤੇ ਜਦੋਂ ਰਾਤ ਨੂੰ ਮਾਂ ਚਰਖੇ ਤੇ ਲੱਗੀ ਬਹਿਣ ਤੇ ਸੰਦੂਖ ਦੇ ਵਿੱਚ ਸੂਤ ਕੋਈ ਨਹੀਂ, ਕਬੀਰ ਦੇ ਕੰਨ ਦੇ ਥੱਲੇ ਫਾੜ ਕਰਦੀ ਚਪੇੜ ਮਾਰੀ। ਬਾਬੇ ਨਾਨਕ ਦੇ ਵੀ ਪਈ ਹੈ, ਕਿਉਂਕਿ ਰੱਬ ਦੀ ਰਾਹ ਦੱਸਣ ਵਾਲਿਆਂ ਦੇ ਚਪੇੜਾਂ ਪੈਂਦੀਆਂ। ਇਹ ਜਿਹੜੇ ਮਾੜੇ ਕੰਮ ਕਰਦੇ ਉਹਨਾਂ ਦੇ ਫੁੱਲਾਂ ਦੇ ਹਾਰ ਪੈਂਦੇ ਐ। ਇਹ ਫਿਦਰਤ ਹੈ ਸੰਸਾਰ ਦੀ। ਤੋ ਇਸ ਕਰਕੇ ਮਹਾਰਾਜ ਸਾਹਿਬ ਕਿਰਪਾ ਕਰਨ, ਦਇਆ ਕਰਨਾ। ਜਦੋਂ ਰਾਤ ਪਈ ਤੇ ਪਹਿਲਾਂ ਕੁੱਟ ਲਿਆ, ਠੰਡ ਬੜੀ ਸੀ ਤੇ ਬਾਹਰ ਕੋਨੇ 'ਚ ਕਬੀਰ ਬੈਠਾ। ਫਿਰ ਮਮਤਾ ਸੀ, ਜਾ ਕੇ ਕਹਿੰਦੀ ਮਰ ਜਾਣਿਆ ਆ ਜਾ। ਪਹਿਲਾਂ ਵੀ ਬਾਣੀ 'ਚ ਲਿਖਿਆ ਤੁਹਾਡੇ ਜਿਹੜੇ ਸਹਿਜ ਪਾਠ ਕਰਦੇ, ਕਹਿੰਦੀ ਸੁਣੋ ਦਰਾਨੀ। ਜਦੋਂ ਬਾਹਰ ਬੈਠਾ ਤੇ ਦਰਾਣੀਆਂ ਜਠਾਣੀਆਂ ਕਹਿੰਦੀਆਂ ਨਹੀਂ ਤੈਨੂੰ ਸੰਗ ਨਹੀਂ ਲੱਗਦੀ, ਤੇਰਾ ਕੱਲਾ ਪੁੱਤ ਤੇ ਠੰਡ 'ਚ ਭਾਇਆ ਤੇ ਇਹਨੂੰ ਅੰਦਰ ਨਹੀਂ। ਕਹਿੰਦੀ ਸੁਣੋ ਦਰਾਨੀ, ਸੁਣੋ ਅਚਰਜ ਏਕ ਭਇਓ, ਸਾਤ ਸੂ ਤਿੰਨ ਮੁੰਡੀਆਂ ਖੋਏ, ਮੁੰਡਿਆ ਕਿਉਂ ਨਾ ਮੋਇਓ। ਗੁਰੂ ਗ੍ਰੰਥ ਸਾਹਿਬ ਦੇ ਬੋਲ ਹੈ, ਕਹਿੰਦੀ ਮੇਰੀ ਉਹ ਦਰਾਣੀਓ ਜਠਾਣੀਓ ਇਹ ਮੁੰਡਾ ਤੇ ਮਾਰੀ ਜਾਵੇ। ਕਹਿੰਦੀਆਂ ਨਹੀਂ ਸ਼ੁਭ ਬੋਲ। ਕਹਿੰਦੀ ਕਿੱਦਾਂ ਸ਼ੁਭ ਬੋਲ? ਮੈਂ ਤੁਹਾਡੇ ਨਾਲ ਰਾਤ ਨੂੰ ਬਹਿ ਬਹਿ ਕੇ ਕਿੰਨੀ ਮਿਹਨਤ ਕਰਕੇ ਚਰਖੇ ਦੇ ਨਾਲ ਸੂਤ ਕੱਤਿਆ ਤੇ ਇਹਨੇ ਡੰਡ ਲਾ ਕੇ ਰੱਖਤੀ। ਆ ਪਤਾ ਨਹੀਂ ਕਿੱਥੋਂ ਨੰਗੇ ਭੜੰਗੇ ਬਾਬੇ ਆਏ ਤੇ ਉਹਨਾਂ ਨੇ ਚਿਮਟੇ ਵਜਾਏ ਤੇ ਇਹਨੇ ਸਾਰਾ ਕੁਝ ਹੀ ਉਹਨਾਂ ਨੂੰ ਦੇਤਾ। ਹੁਣ ਆਪਾਂ ਲਾਲਚੀ ਆ ਨਾ। ਜਿੱਦਾਂ ਇੱਕ ਥਾਂ ਤੇ ਮੇਰੀ ਫਿਦਰਤ ਹੈ, ਮੈਂ ਸਾਂਝ ਪਾਉਂਦਾ ਰਹਿਣਾ ਵੀ ਉਹ ਆ ਨਵੇਂ ਨੋਟ ਚੱਲੇ ਨਾ, 10 ਵਾਲਾ ਤੇ 200 ਵਾਲਾ ਰਲ ਜਾਂਦਾ। ਆ ਜਿਹੜੇ ਹੁਣ ਵਾਲੇ ਨੋਟਬੰਦੀ ਹੈ, ਉਹ ਕਿਤੇ ਪ੍ਰੋਗਰਾਮ ਸੀ ਕਿਸੇ ਦੇ ਘਰੇ ਤੇ ਉਹ ਬੀਬੀ ਨੇ ਟੇਕਣਾ ਤੇ 10 ਦਾ ਸੀ ਤੇ ਉਹ ਭੈਣਾਂ ਤੇ 4 ਆਉਂਦੀਆਂ ਤੇ ਕਿਤੇ ਭੁਲੇਖੇ ਨਾਲ ਪਰਸ 'ਚ 2 ਹੀ ਸੀ, ਇੱਕ 10 ਦਾ 200 ਦਾ, ਤੇ ਉਹ ਕਾਲੀ 'ਚ ਕਿਤੇ 200 ਦਾ ਮਹਾਰਾਜ ਦੇ ਅੱਗੇ ਰੱਖਿਆ ਗਿਆ। ਤੇ ਉਹ ਜਦੋਂ ਪਕੌੜੇ ਛਕ ਕੇ ਸ਼ਗਨ ਦੇਣ ਲਈ ਲਿਆਈ ਹੋਊਗੀ ਤੇ ਉਹ ਜਦੋਂ ਸ਼ਗਨ ਦੇਣ ਲੱਗੀਆਂ ਤੇ ਉਹ ਕੱਢੇ ਤੇ 10 ਨਿਕਲੇ। ਉਹ ਵੇਖੀ ਜਾਵੇ ਫੋਲ ਕੇ ਤੇ ਰੰਗ ਪੀਲਾ ਪੈ ਗਿਆ। ਕਹਿੰਦੀ ਭੈਣੇ ਕੀ ਗੱਲ ਹੋਇਆ, ਕੀ ਫੋਲੀ ਜਾਨੀ? ਕਹਿੰਦੀ ਬੇੜਾ ਬਹਿ ਜੇ, ਜਿਹੜਾ 200 ਸ਼ਗਨ ਨੂੰ ਦੇਣਾ ਉੱਥੇ ਗੁਰੂ ਗ੍ਰੰਥ ਸਾਹਿਬ ਅੱਗੇ ਰੱਖਿਆ ਗਿਆ। ਵੀ ਜਾਣੀ ਵੇਖਿਓ ਅੰਦਰ ਦੀ ਭਾਵਨਾ, ਇਹ ਮਾਇਆ ਹੈ ਹੀ ਇਦਾਂ ਦੀ। ਉੱਥੇ ਗੁਰੂ ਵੀ ਭੁੱਲ ਗਿਆ, ਸਤਿਕਾਰ ਵੀ, ਤੇ ਅੰਦਰ ਇਹ ਸ਼ਬਦ ਇਹ ਗਾਲ ਨਿਕਲ ਆਈ ਵੀ ਕੀ ਹੋ ਗਿਆ ਕਾਲੀ 'ਚ ਜਿਹੜੇ ਇਹਨੂੰ ਸ਼ਗਨ ਦੇਣੀ ਤੇ ਮਹਾਰਾਜ ਨੂੰ ਰੱਖ ਬੈਠੇ ਆ। ਇਹ ਕਈ ਵਾਰ ਖੇਡਾਂ ਵਾਪਰ ਜਾਂਦੀਆਂ। ਕਈ ਵਾਰੀ ਇਦਾਂ ਵੀ ਦੱਸਣਾ ਵੀ ਤੁਹਾਡੇ ਨਾ ਵੀ ਜੇਬ 'ਚ ਪੈਸੇ ਉੱਪਰਲੀ 'ਚ ਵੱਡੇ ਹੁੰਦੇ, ਕਈ ਵਾਰ ਜੇਬ 'ਚ ਛੋਟੇ। ਕਈ ਵਾਰੀ ਬੰਦਾ ਭੁਲੇਖੇ 'ਚ ਗੱਲਾਂ ਕਰਦਾ ਸਿੱਧਾ ਹੱਥ ਪਾ ਕੇ ਟੇਕ ਦਿੰਦਾ ਤੇ ਬਾਅਦ 'ਚ ਪਤਾ ਲੱਗਦਾ ਤੇ 500 ਦਾ ਟੇਕਿਆ ਗਿਆ। ਉਹ ਫਿਰ ਸਾਰੀ ਰਾਤ ਨੀਂਦ ਜੀ ਨਹੀਂ ਆਉਂਦੀ, ਆਖੋ ਸਤਨਾਮ। ਹਾਲਾਂਕਿ ਆਪਾਂ ਕਹਿੰਦੇ ਵੀ ਆ ਦੱਦਾ ਦਾਤਾ ਇੱਕ ਹੈ, ਦੇਂਦੇ ਟੋਟ ਨਾ ਆਵਈ। ਉਹ ਕਹਿੰਦੀ ਸੁਣੋ ਦਰਾਨੀ, ਸੁਣੋ ਜਠਾਨੀ, ਅਚਰਜ ਏਕ ਪਇਓ, ਸਾਤ ਸੂ ਤਿੰਨ ਮੁੰਡੀਆਂ ਖੋਏ, ਮੁੰਡਿਆ ਕਿਉਂ ਨਾ ਮੋਇਓ। ਕਹਿੰਦੀ ਮਰ ਜਾ ਕਿਤੇ ਕਬੀਰ, ਤੂੰ ਨਾ ਹੀ ਜੰਮਦਾ। ਗਾਲਾਂ ਗੂਲਾਂ ਕੱਢਤੀਆਂ। ਜਦੋਂ ਫਿਰ ਰਾਤ ਵਾਹਵਾ ਡੂੰਗੀ ਹੋ ਗਈ, ਮਾਂ ਸੀ
ਬਾਹਰ ਆ ਕੇ ਕਹਿੰਦੀ ਆ ਜਾ ਮਰ ਜੇ ਹੁਣ, ਆ ਸਾਈਏ। ਲੈ ਆਈ ਤੇ ਜਦੋਂ ਬਿਸਤਰੇ 'ਚ ਬਿਠਾਇਆ, ਠੰਡਾ ਸਰੀਰ ਕਬੀਰ ਦਾ ਹੋਇਆ ਪਿਆ, ਫੜ ਕੇ ਦੋ ਕੰਬਲ ਦਿੱਤਾ। ਕਹਿੰਦੀ ਪੁੱਤ ਤੂੰ ਮੇਰਾ ਲਹੂ ਕਿਉਂ ਪੀਣਾ? ਤੈਨੂੰ ਮੈਂ ਕਿੰਨਾ ਲੋਕਾਂ ਦੇ ਬੱਚੇ ਘਰ ਬਣਾਉਂਦੇ, ਤੂੰ ਜਾੜਨਾ ਏ। ਹੁਣ ਧਿਆਨ ਦਿਓ ਭੈਣੋ ਤੁਸੀਂ। ਕਬੀਰ ਸਾਹਿਬ ਨੇ ਆਪਣੀ ਮਾਂ ਦਾ ਗੁੱਟ ਪਕੜਿਆ, ਕਹਿੰਦੇ ਮਾਂ ਠੀਕ ਮੈਂ ਤੇਰਾ ਪੁੱਤ ਹਾਂ, ਰੌਲਾ ਨਾ ਪਾਈ ਕਿਸੇ ਕੋ। ਮੈਂ ਇੰਨੀ ਕੁ ਰੱਬ ਦੀ ਇਬਾਦਤ ਕੀਤੀ ਹੈ ਕਿ ਮੈਂ ਦਰਗਾਹ ਦੇ ਵਿੱਚ ਸਾਰਾ ਕੁਝ ਵੇਖ ਲੈਂਦਾ। ਕਹਿੰਦੀ ਹੈ? ਕਬੀਰ ਸਾਹਿਬ ਕਹਿੰਦੇ ਮੈਂ ਇੰਨੀ ਕੁ ਕਿਰਪਾ ਮਾਲਕ ਨੇ ਕਰਤੀ, ਇਹਨਾਂ ਸਾਧੂ ਸੰਗਤ ਦੀ ਕਿਰਪਾ ਨਾਲ ਮੈਂ ਇੱਥੋਂ ਬੈਠਾ ਹੀ ਦਰਗਾਹ ਦਾ ਨਕਸ਼ਾ ਵੇਖ ਲੈਣਾ। ਕਹਿਣ ਲੱਗੀ ਫਿਰ ਮੈਨੂੰ ਵੀ ਵਿਖਾ। ਤੇ ਕਬੀਰ ਨੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖਿਆ ਤੇ ਮਾਂ ਨੂੰ ਵਿਖਾਈ ਦਰਗਾਹ। ਓਏ ਹੋਏ ਹੋਏ, ਉੱਥੇ ਤੇ ਫਿਰ ਕਹਾਣੀ 'ਚ ਪੀੜਨ ਦਾ, ਪੁੱਠੀਆਂ ਖੱਲਾਂ ਲਾਉਂਦਾ, ਤੱਤੇ ਕੜਾਹਿਆਂ 'ਚ ਤਲਦਾ। ਤੇ ਮਾਂ ਨੇ ਅੱਖੀਂ ਵੇਖਿਆ, ਕਹਿਣ ਲੱਗੀ ਕਬੀਰ ਇਹ ਕੀ? ਫਿਰ ਉੱਥੇ ਉਹਨਾਂ ਦਾ ਸ਼ਲੋਕ ਉਚਾਰਿਆ ਜੋ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਕਬੀਰ ਕਹਾਣੀ ਪੀੜਤੇ ਸਤਿਗੁਰ ਲਿਏ ਛਡਾਏ, ਪਰਾ ਪੂਰਬਲੀ ਭਾਵਣੀ ਪ੍ਰਗਟ ਹੋਈ। ਕਹਿੰਦੇ ਮਾਂ ਵੇਖਿਆ ਨਜ਼ਾਰਾ? ਇਹ ਜਿੰਨੇ ਬੰਦੇ ਬੀਬੀਆਂ ਕੜਾਹਿਆਂ ਦੇ ਵਿੱਚ ਤਲੇ ਜਾਂਦੇ ਹੈ, ਜਿਨ੍ਹਾਂ ਨੂੰ ਤੱਤਿਆਂ ਥੰਮਾਂ ਨਾਲ ਜੱਫੀਆਂ ਪਵਾਈਆਂ ਜਾਂਦੀਆਂ, ਉਹ ਬੰਦੇ ਬੀਬੀਆਂ ਜਿਨ੍ਹਾਂ ਸਾਰੀ ਜ਼ਿੰਦਗੀ ਘਰ ਲਈ ਕੀਤਾ, ਗੁਰੂ ਲਈ ਕੁਛ ਨਹੀਂ ਕੀਤਾ। ਸੰਗਤ ਵਿੱਚ ਕਦੇ ਨਹੀਂ ਗਏ, ਕਦੇ ਲੋਹ ਤੇ ਪ੍ਰਸ਼ਾਦੇ ਨਹੀਂ ਪਕਾਏ, ਕਦੇ ਸੰਗਤ ਵਿੱਚ ਕੋਈ ਦਾਨ ਨਹੀਂ ਦਿੱਤਾ। ਹਾਏ ਘਰ, ਹਾਏ ਬੱਚੇ, ਹਾਏ ਪੋਤਰੇ, ਬਸ ਉਸੇ ਚੀਜ਼ ਨੂੰ ਚਿੰਬੜੇ ਰਹੇ। ਅੱਜ ਉਹ ਚੀਜ਼ ਦੁੱਖ ਦੇ ਰਹੀ ਹੈ। ਤੇ ਕਬੀਰ ਸਾਹਿਬ ਨੇ ਇੱਕ ਫਿਰ ਦਿਖਾਇਆ, ਕਹਿੰਦੇ ਉਹ ਕੌਣ ਹੈ ਬੇਟਾ ਜਿਨ੍ਹਾਂ ਨੂੰ ਪਾਸੇ ਲਈ ਜਾਂਦੇ ਸੀ? ਇੱਕ ਤਾਂ ਫੜ ਕੇ ਪੀੜਨ ਦੇ ਤੇ ਇੱਕ ਪਾਸਿਓਂ ਦੀ ਨਗਾਉਂਦੇ, ਉਹ ਕਿਹੜੇ? ਕਹਿੰਦੇ ਮਾਂ ਪਰਾ ਪੂਰਬਲੀ ਭਾਵਣੀ ਪ੍ਰਗਟ ਹੋਈ ਆਏ। ਇਹ ਉਹ ਨੇ ਜਿਨ੍ਹਾਂ ਦੀ ਕੋਈ ਕਿਤੇ ਕੀਤੀ ਹੋਈ ਸੇਵਾ, ਕਿਤੇ ਕੀਤਾ ਹੋਇਆ ਦਾਨ ਸੀ ਤੇ ਅੱਜ ਅੱਗੇ ਆ ਗਿਆ। ਤੇ ਗੁਰਬਾਣੀ ਕਹਿੰਦੀ ਪੁੰਨ ਦਾਨ ਜੋ ਬੀਜਦੇ, ਹਾਂਜੀ ਸਭ ਧਰਮ ਰਾਏ। ਮਾਂ ਨੂੰ ਪਸੀਨਾ ਆ ਗਿਆ। ਕਬੀਰ ਕਹਿੰਦੇ ਮਾਂ ਰੌਲਾ ਨਾ ਪਾਈ, ਤੇਰੇ ਇਕੱਲੇ ਨਾਲ ਗੱਲ ਕੀਤੀ ਹੈ। ਤੂੰ ਸਾਰੀ ਜ਼ਿੰਦਗੀ ਘਰ ਦਾ ਗੋਲ ਪੁਣਾ ਕੀਤਾ, ਭਾਂਡੇ ਮਾਂਜੇ, ਮੈਨੂੰ ਪਾਲਿਆ, ਮੇਰੇ ਪਿਓ ਦਾ ਕੰਮ, ਘਰ ਦਾ, ਬਜ਼ੁਰਗਾਂ ਦਾ, ਕਿੰਨੀ ਕਮਾਈ ਕੀਤੀ। ਪਰ ਜਿੱਦਣ ਤੂੰ ਅੱਖਾਂ ਮੀਟੀਆਂ ਤੇਰੇ ਨਾਲ ਕੁਛ ਨਹੀਂ ਜਾਣਾ। ਪਰ ਆ ਜਿਹੜਾ ਤੋ ਇਸ ਕਰਕੇ ਕਹਿਣ ਲੱਗੇ ਬਸ ਸੱਚ ਇਹ ਹੈ ਵੀ ਆ ਜਿਹੜਾ ਤੂੰ ਸਾਧੂਆਂ ਨੂੰ ਛਕਾਇਆ ਹੈ ਨਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਇਹ ਜਿਹੜੇ ਸਾਧੂ ਆਏ, ਕੀਰਤਨ ਕੀਤਾ, ਕਥਾ ਕੀਤੀ, ਤੈਨੂੰ ਗੁੱਸਾ ਜ਼ਰੂਰ ਆਇਆ ਮਾਂ, ਤੂੰ ਮੈਨੂੰ ਵੀ ਕਹਿਤਾ ਤੂੰ ਕਿਤੇ ਮਰ ਜਾ। ਲਾਲਚ 'ਚ ਬੰਦਾ ਕਹਿ ਦਿੰਦਾ ਏ। ਇਸ ਕਰਕੇ ਪਰ ਯਾਦ ਰੱਖੀ, ਇਹ ਜਿਹੜਾ ਤੇਰਾ ਸੂਤ ਰੱਬ ਦੇ ਪਿਆਰਿਆਂ ਨੇ ਪ੍ਰਸ਼ਾਦਾ ਛਕਿਆ ਨਾ ਮਾਂ, ਜਦੋਂ ਦੁਨੀਆ ਤੋਂ ਜਾਵੇਂਗੀ ਨਾ, ਤੇਰੀ ਤੇ ਮੇਰੀ ਗਵਾਹੀ ਰਹੀ, ਦਰਗਾਹ ਦੇ ਵਿੱਚ ਤੈਨੂੰ ਇਹ ਸੇਵਾ ਜ਼ਰੂਰ ਮਿਲੂਗੀ, ਜ਼ਰੂਰ ਮਿਲੂਗੀ। ਬਸ ਇਹ ਸਿੱਖਿਆ ਗੁਰੂ ਦੇ ਇਤਿਹਾਸ 'ਚੋਂ ਮਿਲਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਂ ਪ੍ਰਸ਼ਾਦਾ ਛਕਾ। ਗੱਲ ਇੱਥੋਂ ਆਇਆ ਸੀ, ਮੈਂ ਬਾਹਰ ਇਤਿਹਾਸ 'ਚੋਂ, ਸਭ ਤੋਂ ਵੱਧ ਬੇਬੇ ਨਾਨਕੀ ਤੇ ਮਾਤਾ ਤ੍ਰਿਪਤਾ, ਜਾਂ ਫਿਰ ਲਾਲੋ, ਜਿਹਨੂੰ 7 ਵਾਰੀ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਕਹਿੰਦੇ ਵੇ ਲਾਲੋ, ਵੇ ਲਾਲੋ, ਵੇ ਲਾਲੋ। ਬੜੀ ਕਮਾਈ ਉਸ ਮਹਾਂਪੁਰਖ ਦੀ ਜਿਹਨੂੰ ਗੁਰੂ ਨਾਨਕ ਨੇ 7 ਵਾਰੀ ਬੁਲਾ ਕੇ ਬਾਣੀ ਉਚਾਰੀ। ਤੋ ਇਸ ਕਰਕੇ ਮਹਾਰਾਜ ਜੀ ਫਿਰ ਪ੍ਰਸ਼ਾਦਾ ਛਕਿਆ ਤੇ ਮਾਤਾ ਜੀ ਨੇ ਸੋਹਣੇ ਜਿਹੇ ਬਸਤਰ ਬਣਾਏ ਸੀ, ਰਾਤ ਨੂੰ ਬੈਠ ਕੇ ਹੱਥਾਂ ਦੇ ਨਾਲ ਉਹ ਗੁਰੂ ਨਾਨਕ ਨੂੰ ਪਵਾਏ ਤੇ ਬੜੇ ਸੁੰਦਰ ਫਿਰ ਮਹਾਰਾਜ ਗਲੀਆਂ 'ਚ ਵਿਚਰਦੇ ਦਰਸ਼ਨ ਦਿੰਦੇ ਐ। ਤੇ ਅੱਜ ਫਿਰ ਮਹਿਤਾ ਕਲਿਆਣ ਦਾਸ ਜੀ ਨੇ ਆਵਾਜ਼ ਮਾਰੀ, ਕਹਿੰਦੇ ਬੇਟਾ ਨਾਨਕ ਇੱਧਰ ਆ ਸਾਡੇ ਕੋਲ, ਅਸਾਂ ਨੇ ਤੇਰੇ ਨਾਲ ਕੋਈ ਗੱਲ ਕਰਨੀ ਹੈ। ਕਹਿੰਦੇ ਕਿਰਪਾ ਦੀ ਮੂਰਤ, ਦਇਆ ਦੇ ਦਾਤੇ, ਮੇਰੇ ਬਾਬੇ ਨਾਨਕ ਨੂੰ ਆਪਣੇ ਮੰਜੇ ਤੇ ਬਿਠਾਇਆ ਹੈ। ਪਿਤਾ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਪਟਵਾਰੀ ਸਾਹਿਬ ਜੀ ਨੇ। ਤੇ ਕੀ ਕਹਿੰਦੇ ਐ? ਦਰਬ ਕਮਾਵਨ ਸਿੱਖਵਨ ਹੇਤੂ, ਸਿੱਖਿਆ ਦੇਣ ਲੱਗੇ। ਕਹਿੰਦੇ ਨਾਨਕ ਪਤਾ ਪੈਸੇ ਕਿੱਦਾਂ ਕਮਾਈ ਦੇ ਐ?
ਮਾਇਆ ਕਿਦਾਂ ਕਮਾਈ ਦੀ ਹੈ। ਰੀਤ ਚਿੰਤ ਮੈਂ ਸਾਨੀ ਬਾਨੀ, ਬੋਲਿਓ ਰੀਤ ਅਨੀਤ ਕਛਾਨੀ। ਕਹਿੰਦੇ ਬੇਟਾ ਖੱਤਰੀਆਂ ਦਾ ਧਰਮ ਹੈ ਮਿੱਠਾ ਬੋਲਣਾ, ਨਿਭ ਕੇ ਚੱਲਣਾ, ਇਹ ਚੀਜ਼ਾਂ ਦਾ ਧਾਰਨੀ ਬਣ। ਤੂੰ ਤਾਂ ਸਿੱਧਾ ਹੀ ਪਾਂਧੇ ਨੂੰ ਪੜ੍ਹਾਉਣ ਚਲੇ ਗਿਆ, ਸਾਰਿਆਂ ਨੂੰ ਅੱਗੋਂ ਜਵਾਬ ਸਵਾਲ ਕਰਦਾ ਏ। ਆਪਣੀ ਧਰਮ ਦੇ ਵਿੱਚ ਅੱਜ ਵੀ ਜੇ ਸਭ ਤੋਂ ਮਿੱਠਾ ਤੇ ਨਿਮਰਤਾ ਵਾਲਾ ਕੋਈ ਤੇ ਉਹ ਖੱਤਰੀ ਲੋਕ ਹੈ। ਇਹ ਛੇਤੀ ਕਿਤੇ ਕਾਲੇ ਨਹੀਂ ਪੈਂਦੇ, ਇਹਨਾਂ ਦਾ ਸੁਭਾਅ ਹੀ ਰੱਬ ਵੱਲੋਂ ਇਦਾਂ ਦਾ। ਤਾਈਓ ਦੁਕਾਨਾਂ ਚਲਾ ਜਾਂਦੇ, ਆਪਣੇ ਤੋਂ ਤਾਂ ਨਹੀਂ ਚੱਲਣੀਆਂ। ਆਪਣਾ ਤੇ ਨਾ ਜਿਹਦੇ ਨਾਲ 2 ਮਿੰਟ ਤਾਂ ਠਾ ਹੋ ਗਏ ਤੇ ਉਹਦਾ ਉੱਥੇ ਹੀ ਆਪਣਾ ਦਸਤਾਰਾਂ ਲਾ ਲੈਂਦੇ ਆ। ਇਹ ਵੀ ਕੰਮ ਜਿਹਨੂੰ ਦਿੱਤਾ ਰੱਬ ਨੇ ਉਹਨੂੰ ਦਿੱਤਾ, ਆਪਾਂ ਨੂੰ ਦਿੱਤਾ ਡੰਗਰ ਵੱਛੇ ਵਾਲਾ। 4 ਸ਼੍ਰੇਣੀਆਂ ਇਹ ਖੱਤਰੀ, ਬ੍ਰਾਹਮਣ, ਸ਼ੂਦ ਤੇ ਵੈਸ। ਵੈਸ ਤੇ ਸ਼ੂਦਰ, ਸ਼ੂਦਰ ਸਭ ਤੋਂ ਛੋਟਾ। ਆਪਾਂ ਵੈਸ਼ਾਂ ਚ ਆਉਣੇ, ਜਿੰਨੇ ਵੀ ਕਿਸਾਨ ਆ ਨਾ, ਸ਼ੂਦਰ ਉਹਨੂੰ ਕਹਿੰਦੇ ਜਿਹੜਾ ਗਰੀਬ, ਤੁਹਾਡੇ ਸੱਦੇ ਪੱਤਰ ਦੇਣ ਵਾਲਾ, ਤੁਹਾਡੇ ਘਰ 'ਚ ਭਾਂਡੇ ਧੋਣ ਵਾਲਾ ਵਗੈਰਾ ਵਗੈਰਾ। ਇਹ 4 ਸ਼੍ਰੇਣੀਆਂ। ਸਭ ਤੋਂ ਉੱਤਰੀ ਖੱਤਰੀ, ਬ੍ਰਾਹਮਣ, ਵੈਸ਼ ਤੇ ਸ਼ੂਦਰ। ਤੋ ਗੁਰੂ ਗੋਬਿੰਦ ਸਿੰਘ ਬਾਪੂ ਨੇ ਕਮਾਲ ਕਰਤਾ, ਜਿਹੜੇ ਸ਼ੂਦਰ ਸਨ ਆਪਣੇ ਆਪ ਨੂੰ ਭਾਂਡੇ ਮਾਂਜਣ ਵਾਲੇ, ਲੋਕੀ ਚੌਂਕੇ 'ਚ ਨਹੀਂ ਸੀ ਬਹਿਣ ਦਿੰਦੇ। ਮਹਾਰਾਜ ਨੇ ਫਿਰ ਕੱਢ ਕੇ 1699 ਨੂੰ ਤੇਗ ਬਾਹਰ। ਮਹਾਰਾਜ ਕਹਿੰਦੇ ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨੇ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ ਤਵੈ ਗੋਬਿੰਦ ਸਿੰਘ ਨਾਮ। ਕਹਿੰਦੇ ਜਿਨ੍ਹਾਂ ਨੂੰ ਚੌਂਕੇ 'ਚ ਨਹੀਂ ਚੜਨ ਦਿੰਦੇ ਲੋਕੀ, ਕਹਿੰਦੇ ਤੂੰ ਸ਼ੀਂਬਾ ਏ, ਤੂੰ ਮਜਬੀ ਏ, ਤੂੰ ਝੀਰ ਹੈ, ਆਓ ਪੁੱਤ ਇੱਧਰ ਇੱਕ ਰਾਂ ਬਾਟੇ ਨੂੰ ਮੂੰਹ ਲਾ, ਮੈਂ ਤੇਰੇ ਤੋਂ ਆਪਣਾ ਕੁਨਬਾ ਹੀ ਦੇ ਦੂੰਗਾ। ਨਹੀਂ ਦੇਣਾ ਦੇ ਸਕਦੇ ਗੁਰੂ ਗੋਬਿੰਦ ਸਿੰਘ ਦਾ। ਤੇ ਗੁਰੂ ਨਾਨਕ ਨੇ ਪਹਿਲੀ ਜੋਤ ਤੋਂ ਹੀ ਸ਼ੁਰੂ ਕਰਤਾ ਸੀ। ਮਹਾਰਾਜ ਨੇ ਸ਼ੂਦਰ ਪਤਾ ਕਿਉਂ ਚੁਣਿਆ? ਮਰਦਾਨਾ ਮਰਾਸੀ। ਤੇ ਜਿੱਦਣ ਘਰੇ ਗਏ ਸੀ, ਮੈਂ ਰਹਿ ਚੱਲਿਆ ਸੀ ਪ੍ਰਸੰਗ ਨੂੰ, ਉਹ ਤਾਂ ਮਾਂ ਦਾ ਜ਼ਿਕਰ ਹੀ ਨਹੀਂ ਕੀਤਾ ਮੈਂ, ਮਰਦਾਨੇ ਦੀ ਮਾਂ ਦਾ। ਤੇ ਜਦੋਂ 11 ਸਾਲਾਂ ਦੀ ਉਮਰ ਸੀ ਬਾਬੇ ਨਾਨਕ ਦੀ, ਤੇ 22 ਸਾਲਾਂ ਦਾ ਸੀ ਮਰਦਾਨਾ ਵੱਡਾ ਏ। ਗੁਰੂ ਨਾਨਕ 1469 ਤੇ ਮਰਦਾਨਾ 1459। 22 ਸਾਲਾਂ ਦਾ ਮਰਦਾਨਾ ਤੇ ਬਾਬਾ 11 ਦਾ। ਦੋਨੋਂ ਜਾਣੇ ਜਦੋਂ ਘਰੇ ਗਏ ਤੇ ਮਾਂ ਕਹਿੰਦੀ ਇਹ ਰੱਬ ਨਾ ਭੁਲਾਵੇ ਪਟਵਾਰੀ ਦਾ ਪੁੱਤਰ ਨਾਨਕ ਹੈ ਨਾ? ਕਹਿੰਦੇ ਹਾਂ ਮਾਂ, ਮੇਰਾ ਭਰਾ ਬਣਿਆ ਹੀ ਏ। ਕਹਿੰਦੀ ਰਹਿਣ ਦੇ ਪੁੱਤ, ਕਿੱਥੇ ਉਹ ਤੇ ਕਿੱਥੇ ਆਪਾਂ। ਭਰਾ ਵੀ ਵੇਖ ਕੇ ਬਣਾਇਆ ਜਾਂਦਾ ਵੀ ਉਹ ਖੱਤਰੀ ਹੈ, ਦੁਨੀਆ ਉਹਨਾਂ ਨੂੰ ਮੱਥੇ ਟੇਕਦੀ, ਤੇ ਆਪਾਂ ਮਰਾਸੀ ਹੈ, ਇਹਨੂੰ ਇੱਥੋਂ ਹੀ ਵਾਪਸ ਮੋੜ ਦੇ, ਲੋਕਾਂ ਨੇ ਪੱਥਰ ਮਾਰਨੇ ਆਪਣੇ। ਬਾਬਾ ਨਾਨਕ ਕਹਿੰਦਾ ਕੀ ਗੱਲ ਮਾਂ, ਕਾਤੋਂ ਪੱਥਰ ਮਾਰਨੇ ਤੇਰੇ? ਤੂੰ ਮੇਰੀ ਮਾਂ ਵਰਗੀ ਨਹੀਂ। ਕਹਿੰਦੇ ਪੁੱਤ ਹੈਗੀਆਂ, ਪਰ ਕਰਮ ਮਾੜੇ ਆ, ਅਸੀਂ ਸ਼ੂਦਰਾਂ ਗਰੀਬ ਆ, ਸਾਡੇ ਘਰ 'ਚ ਤੇ ਆ ਬੱਕਰੀਆਂ ਦਾ ਵੱਗ ਤੇ ਮੇਂਗਣਾ ਖਿਲ ਰਹੀਆਂ, ਸਾਨੂੰ ਭ੍ਰਿਸ਼ਟ ਕਹਿੰਦੇ ਨੇ ਲੋਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵੀ ਤੁਹਾਡਾ ਕਰਕੇ ਹੀ ਆਇਆ, ਮੈਂ ਵੀ ਉਸੇ ਨੂੰ ਮਿਲਦਾ। ਕਹਿੰਦੇ ਪੈਰਾਂ ਹੇਠ ਵਸੰਦੀ ਧਰਤੀ, ਧਰਤੀ ਹੇਠ ਵਸੰਦਾ ਪਾਣੀ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਗੁਰ ਸਿੱਖੀ ਕੀ ਇਹ ਨਿਸ਼ਾਨੀ। ਮਹਾਰਾਜ ਕਹਿੰਦੇ ਨੀਚਾਂ ਅੰਦਰ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ। ਚੌਂਕੇ 'ਚ ਛਾਲ ਮਾਰ ਕੇ ਬਹਿ ਗਏ। ਕਹਿੰਦੇ ਬੀਬੀ ਦੁਨੀਆ ਨੂੰ ਮੈਂ ਆਪੇ ਸਾਂਭ ਲੂੰਗਾ, ਇੱਕ ਵਾਰੀ ਸਾਨੂੰ 2 ਭਰਾਵਾਂ ਨੂੰ ਪ੍ਰਸ਼ਾਦਾ ਛਕਾ ਦੇ। ਰਾਏ ਭੋਏ ਦੀ ਤਲਵੰਡੀ 'ਚ ਗਜਬ ਹੋ ਗਿਆ। ਚੁਗਲਾਂ ਨੇ ਜਾ ਚੁਗਲੀਆਂ ਲਾਈਆਂ ਬ੍ਰਾਹਮਣਾਂ ਨੂੰ। ਕਹਿੰਦੇ ਨਾਨਕ ਨੇ ਧਰਮ ਭ੍ਰਸ਼ਟ ਕਰਤਾ। ਕਹਿਣ ਲੱਗੇ ਮਰਾਸੀਆਂ ਦੇ ਚੌਂਕੇ 'ਚ ਖੱਤਰੀ ਦਾ ਪੁੱਤ ਰੋਟੀ ਖਾਂਦਾ। ਜਦੋਂ ਲੋਕ ਸਾਰੇ ਇਕੱਠੇ ਹੋਏ, ਬਾਬਾ ਰਾਮ ਆਨੰਦ ਦੇ ਵਿੱਚ ਮਰਦਾਨਾ ਤੇ ਬਾਬਾ ਇਕੱਠੇ ਛਕਦਾ ਤੇ ਸਾਰਿਆਂ ਨੇ ਆ ਕੇ ਅੱਖਾਂ ਕੱਢੀਆਂ। ਮਹਾਰਾਜ ਕਹਿੰਦੇ ਕੀ ਗੱਲ ਹੈ? ਪਟਵਾਰੀ ਸਾਹਿਬ ਨੂੰ ਵੀ ਚੁੱਕਤਾ। ਕਹਿੰਦੇ ਇਹ ਤਾਂ ਤੈਨੂੰ ਬਹੁਤ ਨੀਚਾ ਲੈ ਜਾਏਗਾ। ਇਹ ਮਰਾਸੀਆਂ ਦੇ ਘਰ ਨਵੀਂ ਪਰੰਪਰਾ ਪਾਤੀ ਤੇ ਮੇਰੇ ਗੁਰੂ ਨਾਨਕ ਸਾਹਿਬ ਤਾਂ ਖੁਦਾ ਸੀ। ਮਹਾਰਾਜ ਕਹਿੰਦੇ ਅਵਲ ਲੈ ਕੁਦਰਤ ਕੇ ਏਕ ਨੂਰ ਤੇ, ਕੌਣ ਪਲੇ ਕੋ। ਮਹਾਰਾਜ ਨੇ ਗਲ ਵਕੜੀ ਪਾ ਕੇ ਆਖਿਆ ਮੇਰਾ ਭਰਾ ਏ ਮਰਦਾਨਾ। ਨਹੀਂ ਲਾਲਚ ਕੋਈ ਮਰਦਾਨੇ ਨੂੰ, ਨਾ ਪੈਸੇ ਦਾ ਨਾ ਅਹੁਦੇ ਦਾ।
ਬੇਸ਼ੱਕ ਘਰ ਵਿੱਚ ਮਸਲਾ ਏ ਕਦੇ ਰੋਟੀ ਤੇ ਕਦੇ ਸੌਦੇ ਦਾ। ਮੇਰਾ ਨਾਨਕ ਨਾ ਕੱਲਾ ਰਹਿ ਜਾਵੇ, ਬਸ ਦਿਲ ਚੋਂ ਇਹੋ ਚਾਹੁੰਦਾ ਏ, ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ। 52 ਸਾਲ ਬਾਬੇ ਦੇ ਨਾਲ ਰਿਹਾ, ਕਦੇ ਗੁਰੂ ਨਾਨਕ ਸਾਹਿਬ ਤੋਂ ਕੁਛ ਨਹੀਂ ਸੀ ਮੰਗਦਾ। ਕਿਤੇ ਕਿਤੇ ਲੜ ਵੀ ਪੈਂਦਾ ਸੀ, ਉਹ ਵੀ ਸਾਡੇ ਲਈ ਇਤਿਹਾਸ ਬਣਨਾ। ਇਸ ਕਰਕੇ ਮੇਰੇ ਨਾਨਕ ਜੀ ਦੇ ਪਿਤਾ ਜੀ ਕਹਿੰਦੇ, ਬੇਟਾ ਤੂੰ ਹਰ ਕਿਸੇ ਨੂੰ ਅੱਗੋਂ ਬੋਲਦਾ, ਸਵਾਲ ਜਵਾਬ ਕਰਦਾ, ਇਹ ਖੱਤਰੀਆਂ ਨੂੰ ਸ਼ੋਭਾ ਨਹੀਂ ਦਿੰਦੇ। ਮਿੱਠੀ ਜ਼ੁਬਾਨ ਰੱਖੀ ਦੀ ਹੁੰਦੀ, ਹਰ ਕਿਸੇ ਨੂੰ ਨੀਵੇਂ ਹੋ ਕੇ ਬੁਲਾਈਦਾ ਹੁੰਦਾ, ਫਿਰ ਬੰਦਾ ਕਮਾਈ ਕਰਦਾ ਹੈ। ਪ੍ਰੀਤ ਚਿੰਤ ਮੈਂ ਸਾਨੀ ਬਾਨੀ, ਬੋਲਿਓ ਰੀਤ ਅਨੀਤ ਪਛਾਨੀ। ਕਹਿੰਦੇ ਬੰਦੇ ਦੀ ਕਹਿਣੀ ਰਹਿਣੀ ਸਹਿਣੀ ਤੇ ਬਹਿਣੀ, ਇਹੋ ਹੀ ਬੰਦੇ ਦੀ ਪਹਿਚਾਣ ਬਣਾਉਂਦੀਆਂ ਦੁਨੀਆ 'ਚ, ਤੇ ਇਹੋ ਹੀ ਮਿੱਟੀ 'ਚ ਰੋਲਦੀਆਂ। 4-5 ਚੀਜ਼ਾਂ ਮੇਨ ਹੈ। ਕਹਿਣੀ ਸੋਹਣੀ ਹੋਵੇ, ਤੇ ਜੇ ਗਾਲਾਂ ਕੱਢਾਂਗੇ ਤੇ ਫਿਰ ਛਿੱਤਰੀ ਖਾਵਾਂਗੇ। ਬਹਿਣੀ ਚੰਗੀ ਬੈਠਕ ਹੋਵੇ ਚੰਗਿਆਂ ਦੇ ਨਾਲ, ਤੇ ਸਹਿਣੀ ਵੀ ਜੇ ਕੋਈ ਮੰਦਾ ਵੀ ਬੋਲਦਾ, ਬੁਰਾ ਵੀ ਕਹਿੰਦਾ, ਤੇ ਉਹਨੂੰ ਜਰਨ ਦੀ ਸ਼ਕਤੀ ਰੱਖੀ। ਰਹਿਣੀ ਬਹਿਣੀ ਸਹਿਣੀ ਤੇ ਕਹਿਣੀ, ਇਹ 4 ਚੀਜ਼ਾਂ ਜਿੰਨੇ ਸਾਂਭ ਲਈਆਂ ਉਹ ਦੁਨੀਆ 'ਚ ਮਰਤਬਾ ਪਾ ਜਾਂਦਾ ਛੇਤੀ। ਇਸ ਕਰਕੇ 4 ਚੀਜ਼ਾਂ ਦੇ ਬਾਰੇ ਪਟਵਾਰੀ ਸਾਹਿਬ ਪੜ੍ਹੇ ਲਿਖੇ ਨੇ, ਤੇ ਬਾਬੇ ਨਾਨਕ ਨੂੰ ਸਿਖਾਉਂਦਾ ਜਿਹੜਾ ਦੁਨੀਆ ਨੂੰ ਸਿਖਾਉਣ ਆਇਆ। ਕਹਿੰਦੇ ਪੁੱਤ ਤੂੰ ਮੇਰਾ ਕੱਲਾ ਕੱਲਾ ਹੈ, ਤੈਨੂੰ ਮੈਂ ਪਿਆਰ ਨਾਲ ਸਮਝਾਵਾਂ, ਜੇ ਦੁਨੀਆ 'ਚ ਕਮਾਈ ਕਰਨੀ ਤਰੱਕੀ ਕਰਨੀ ਤੇ ਐਦਾਂ ਕਰਿਆ ਕਰ। ਨਾਨਕ ਤੂੰ ਏਕ ਹਮਾਰੇ, ਨਾ ਦੂਸਰ ਜੋ ਕਾਜ ਸੰਭਾਰੇ। ਕਹਿਣ ਲੱਗੇ ਨਾਨਕ ਤੂੰ ਕੱਲਾ ਹੀ ਤੇ ਪੁੱਤਰ ਹੈ ਮੇਰਾ, ਮੇਰੇ ਕਿਹੜਾ 5-6 ਹੈ। ਆ ਜਿੰਨੀ ਜ਼ਮੀਨ ਹੈ ਘਰ ਬਾਬੇ ਨਾਨਕ ਦਾ ਅੱਜ ਵੀ ਤੁਸੀਂ ਵੇਖਿਓ, ਕਈ ਵਾਰੀ ਨੈੱਟ ਤੇ ਦਿਖਾਉਂਦੇ ਹੁੰਦੇ ਉਹ ਪੁਰਾਣੀਆਂ ਇੱਟਾਂ ਪੁਰਾਣਾ, ਫਿਰ ਉੱਥੇ ਮਨ ਕਰ ਪੈਂਦਾ। ਮੈਂ ਨਿੰਦਿਆ ਨਹੀਂ ਕਰਦਾ ਸੰਤਾਂ ਦੀ, ਪਰ ਕੁਝ ਨਾ ਕੁਝ ਸਾਡੇ ਸੰਤਾਂ ਬਾਬਿਆਂ ਨੇ ਵੀ ਖਰਾਬ ਕੀਤਾ, ਕਿਉਂਕਿ ਜਿਹੜੀਆਂ ਚੀਜ਼ਾਂ ਸਾਂਭਣ ਵਾਲੀਆਂ ਸੀ ਇਹਨਾਂ ਉਹ ਸਾਂਭੀਆਂ ਨਹੀਂ। ਚਲੋ ਇੱਕ ਅੱਧਾ ਵਿਚਾਰਾ ਸਾਧੂ ਕੀ ਕਰੇ ਜਦੋਂ ਉੱਪਰਲੇ ਨਹੀਂ ਮੰਨਦੇ। ਹੁਣ ਤੁਸੀਂ ਸੇਠ ਟੋਡਰ ਮਲ ਦੀ ਹਵੇਲੀ ਵੇਖੀ, ਰੋਣ ਆਉਂਦਾ। ਤੇ ਉਸ ਵਕਤ ਉਹ ਕੱਲਾ ਇਨਸਾਨ ਸੀ ਜਿਨਨੇ ਅੱਜ ਦਾ 2 ਕਰੋੜ ਵਾਹਿਗੁਰੂ 2 ਅਰਬ 50 ਕਰੋੜ ਰੁਪਈਆ, ਆ ਮੰਜੇ ਜਿੰਨੀ ਜਗ੍ਹਾ ਜਿੱਥੇ ਅਸੀਂ ਬੈਠੇ ਆ ਨਾ, ਗੋਰੇ ਵੀ ਅਮਰੀਕਾ 'ਚ ਵੇਖਣ ਆਉਂਦੇ ਵੀ ਉਹ ਕਿਹੜੀ ਜਗ੍ਹਾ ਏ। ਸਾਡੇ ਅਮਰੀਕਾ 'ਚ 3-4 ਕਰੋੜ ਦਾ ਘਰ ਆ ਜਾਂਦਾ ਵਧੀਆ, ਪਰ ਪੰਜਾਬ ਦੀ ਧਰਤੀ ਤੇ ਉਹ ਕਿਹੜੀ ਜਗ੍ਹਾ ਏ ਜਿਹੜੀ ਮੰਜੇ ਜਿੰਨੀ ਜਗ੍ਹਾ ਦੀ ਅੱਜ ਦੀ ਕੀਮਤ 2 ਅਰਬ 50 ਕਰੋੜ ਹੈ। ਉਹ ਕਿਹੜੀ ਜਗ੍ਹਾ ਏ? ਸ੍ਰੀ ਫਤਿਹਗੜ੍ਹ ਸਾਹਿਬ, ਜਿੱਥੇ ਗੁਰੂ ਦੇ ਲਾਲ ਤੇ ਮਾਂ ਸੰਸਕਾਰ ਕੀਤਾ ਗਿਆ। ਗੋਰੇ ਵੀ ਸਜਦਾ ਕਰਦੇ। ਇੰਨੀ ਮਹਿੰਗੀ ਜਗ੍ਹਾ ਪੰਜਾਬੀਓ ਤੁਹਾਡੇ ਕੋਲ, ਭਾਵੇਂ ਦੁਨੀਆ ਦੇ 7 ਅਜੂਬੇ ਹੈ, ਪਰ ਇਸ ਧਰਤੀ ਵਰਗਾ ਅਜੂਬਾ ਕੋਈ ਹੈ ਜਿੱਥੇ ਗੁਰੂ ਦੇ ਲਾਲ ਪਏ ਅੱਜ ਵੀ ਆਵਾਜ਼ਾਂ ਦੇ ਰਹੇ ਆਪਾਂ ਨੂੰ। ਆਖੋ ਸਤਨਾਮ। ਤਾਂ ਹੀ ਭਾਈ ਸਾਹਿਬ ਕਹਿੰਦੇ ਜੇ ਚੱਲੇ ਉਸ ਸਰਹੰਦ ਨੂੰ ਮੇਰੇ, ਓਏ ਮੇਰੇ ਪੁੱਤਾਂ ਦੇ ਨਾਲ ਰਹਿ ਕੇ ਰਾਤ, ਉੱਥੇ ਮੇਰੇ ਲਾਲਾਂ ਦੇ ਨਾਲ ਰਾਤ ਕੱਟਿਓ, ਤੇ ਮੈਂ ਰੋ ਪੈਣਾ ਹੁੰਦਾ ਏ ਕਿ ਉਸ ਸੇਠ ਦੀ ਹਵੇਲੀ ਨੂੰ ਚਾਹੀਦਾ ਸੀ ਸੋਨਾ ਲਾਉਣਾ। ਚਾਹੀਦਾ ਕਿ ਨਹੀਂ ਦੱਸੋ? ਅੱਜ ਉਹਨੂੰ ਸੋਨੇ 'ਚ ਮੜਨਾ ਚਾਹੀਦਾ ਸੀ ਕੌਮ ਨੂੰ, ਕਿ ਉਸ ਵਕਤ ਕੋਈ ਨਹੀਂ ਬੋਲਿਆ। ਬੜੇ ਵੱਡੇ ਆਪਣੇ ਗੋਡਿਆਂ 'ਚ ਸਿਰ ਦੇ ਗਏ, ਪਰ ਉਹ ਦੋਵਾਂ ਜੀਆਂ ਨੇ ਕਮਾਲ ਕਰਤਾ, ਕਿਉਂਕਿ ਕਹਿਰ ਦਾ ਝੱਖੜ ਵਗੇ ਪਾਣੀ 'ਚ ਪੈਣ ਛੱਲਾਂ, ਵਿਰਲੇ ਮਲਾ ਉਦੋਂ ਬੇੜੀ ਬੰਨੇ, ਪੈਂਦਾ ਜਾਂ ਕਸ਼ਟ ਸੱਚ ਆਖਿਆ ਸਿਆਣਿਆਂ ਨੇ, ਮਿੱਤਰਾਂ ਦਾ ਸਾਥ ਉਦੋਂ ਵਿਰਲੇ। ਜਦੋਂ ਹਕੂਮਤ ਦੁਸ਼ਮਣ ਹੋਵੇ, ਸਰਕਾਰ ਨੇ ਬਾਗੀ ਕਹਿ ਕੇ ਐਲਾਨ ਕੀਤਾ ਹੋਵੇ, ਇੱਕ ਮਰਦ ਸੀ ਜਿਨਨੇ ਉੱਠ ਕੇ ਸੇਵਾ ਲਈ ਸੀ ਕਿ ਮੈਨੂੰ ਲਾਸ਼ਾਂ ਦੇ ਸੰਸਕਾਰ ਤੇ ਕਰ ਲੈਂਦੇ ਹੋ। ਉਹ ਮਹਾਂਪੁਰਖੋਂ ਮਰਦ ਸੀ ਜਿਨਨੇ ਆਪਣਾ ਆਪ ਕੁਰਬਾਨ ਕਰਕੇ ਗੁਰੂ ਦੇ ਲਾਲਾਂ ਦੀ ਸੇਵਾ, ਤੇ ਅੱਜ ਉਹਦੀ ਹਵੇਲੀ ਇਦਾਂ ਦਾ ਤੇ ਕੋਈ ਘਟੀਆ ਤੋਂ ਘਟੀਆ ਸਥਾਨ ਵੀ ਨਹੀਂ ਹੈਗਾ। ਪਰ ਕਿਉਂ ਨਹੀਂ ਇੱਧਰ ਕੋਈ ਧਿਆਨ ਦਿੰਦਾ? ਕਿਉਂ ਨਹੀਂ ਕਿਸੇ ਨੂੰ ਦੀਦਾ ਵੀ ਉਸ ਨੂੰ ਸੋਨਾ ਲਾਉਂਦੇ, ਯਾਦ ਬਣਾਉਂਦੇ ਵੀ ਇਹ ਮਰਦ ਦੀ ਹਵੇਲੀ ਹੈ, ਇਹ ਮਰਦ ਦਾ ਘਰ ਹੈ, ਜਿਸ ਘਰ ਨੂੰ ਦੇ ਕੇ ਉਹਨੇ ਗੁਰੂ ਦੇ ਲਾਲਾਂ ਦੇ ਸਰੀਰ ਸਾਂਭੇ। ਅੱਜ ਬਾਥਰੂਮ 'ਚ ਟਾਈਲਾਂ ਐਡੀਆਂ ਸੋਹਣੀਆਂ ਲਾਈਆਂ ਪਈਆਂ ਘਰ ਘਰ ਦੇ ਵਿੱਚ। ਮੈਂ ਪਿਛਲੇ ਦਿਨੀ ਵੀ ਕਿਹਾ ਸੀ ਵੀ ਕਿਸੇ ਸੱਜਣ ਨੇ ਕੋਠੀ ਪਾਈ ਤੇ ਉਹਦਾ ਸੱਜਣ ਆਇਆ, ਕਹਿੰਦਾ ਆ ਜਾ ਵਿਖਾਈਏ, 1.5 ਕਰੋੜ ਲੱਗਾ। ਵਿਖਾਉਂਦਾ ਲੈ ਗਿਆ ਬਾਥਰੂਮ 'ਚ।
ਬਾਥਰੂਮ ਦੇ ਵਿੱਚ ਸ਼ੀਸ਼ਾ ਵਗੈਰਾ ਵਗੈਰਾ ਮੈਂ 1 ਮਿੰਟ ਲੈਣਾ ਚਾਹਣਾ, ਗੁੱਸਾ ਨਾ ਕਰ ਲਿਓ। ਤੇ ਉਹ ਵੀ ਮੂਰਖ ਸੀ ਜਿਹੜਾ ਮੇਰੇ ਵਰਗਾ ਨਾਲ ਗਿਆ। ਜਦੋਂ ਉਹਨੇ ਵਾਸ਼ਰੂਮ ਦਿਖਾਏ ਨਾ ਆਪਣੇ, ਕਹਿੰਦਾ ਆਹ ਤੇ ਕਹਿੰਦਾ ਸੱਚਖੰਡ ਹੀ ਬਣਾਇਆ ਪਿਆ। ਦੁਰ ਫਿੜੇ ਮੂੰਹ ਤੇਰੀ ਸੋਚਦਾ, ਉਹੋ ਜਿਹਾ ਵਿਖਾਉਣ ਵਾਲਾ ਤੇ ਉਹੋ ਜਿਹਾ ਜਾਣ ਵਾਲਾ। ਸੱਚਖੰਡ ਸ਼ਬਦ ਆਪਾਂ ਮਿੰਟ 'ਚ ਵਰਤ ਲੈਨੇ। ਜਦੋਂ ਉਹਨੇ ਸੀਸਾ ਵੇਖਿਆ ਪੱਥਰ ਮੀਰੀ ਦਾ ਤਜਰਬਾ, ਕਹਿੰਦਾ ਸੱਚਖੰਡ ਹੀ ਆ। ਇੱਥੇ ਤੇ ਬੰਦਾ ਬਹਿ ਕੇ ਖਾਈ ਜਾਵੇ। 2 ਗੱਲਾਂ ਕੀਤੀਆਂ, ਦੋਵੇਂ ਨਕਮੀਆਂ। ਤੀਜਾ ਨਾਲ ਇੱਕ ਸੁਲਝਿਆ ਹੋਇਆ ਸੀ। ਕਹਿੰਦਾ ਗੁੱਸਾ ਨਾ ਕਰੀ ਮੁਖਤਾਰ ਸਿਆਂ, ਗੱਲ ਕਿਉਂਕਿ ਸੱਚ ਕੌੜਾ ਨਾ, ਕੋਈ ਵੀ ਬੁਲਾਰਾ ਸੱਚ ਨਹੀਂ ਬੋਲਦਾ। ਇੱਥੇ ਹੁਣ ਆਪਾਂ ਕਥਾ ਸੁਣਦੇ ਆ, ਮੇਰਾ ਤੁਹਾਡੇ ਨਾਲ ਪ੍ਰੇਮ ਬਣਿਆ ਕਰਕੇ ਕੁਝ ਗੁਰੂ ਕਹਾ ਲੈਂਦਾ ਵੀ ਮੇਰੇ ਅੰਦਰ ਨਹੀਂ ਭੱਜਦੀ, ਮੈਂ ਕਹਿ ਜਾਂਦਾ। ਨਹੀਂ ਤੇ ਛੇਤੀ ਕੀਤਿਆਂ ਵੱਡੇ ਤੋਂ ਵੱਡੇ ਬੁਲਾਰੇ ਵੀ ਗੱਲ ਨੱਪ ਜਾਂਦੇ। ਅਗਲਾ ਕਹਿੰਦਾ ਆਪਾਂ ਨੂੰ ਕੀ ਲੋੜ, ਆਪਾਂ ਕਾਹਤੋਂ ਬੁਰੇ ਬਣੀਏ। ਪਰ ਗੁਰੂ ਦੇ ਲਾਲਾਂ ਦੀ ਯਾਦ ਆਉਂਦੀ ਵੀ ਸਾਰੇ ਹੀ ਅੱਜ ਮੂੰਹ ਘੁੱਟੀ ਜਾਂਦੇ। ਬਾਬਾ ਫਤਿਹ ਸਿੰਘ ਨੇ ਤੇ ਖੋਲ ਕੇ ਆਖਿਆ ਸੀ ਵੀ ਕਰ ਲਾ ਜੋ ਕਰਨਾ ਹੀ। ਉਹ ਕਹਿੰਦਾ ਮੈਂ ਤੁਹਾਨੂੰ ਕੱਟ ਦੂੰਗਾ, ਤੁਹਾਡੇ ਟੋਟੇ ਕਰ ਦੂੰ, ਤੁਹਾਡੀ ਮਾਂ ਮੁੱਕ ਗਈ, ਤੁਹਾਡੇ ਭਰਾ ਸ਼ਹੀਦ ਹੋ ਗਏ, ਤੁਹਾਡੀਆਂ ਲਾਸ਼ਾਂ ਨਹੀਂ ਕਿਸੇ ਚੁੱਕਣੀਆਂ। ਬਾਬਾ ਜੁਝਾਰ ਸਿੰਘ ਜੀ ਕਹਿੰਦਾ ਫਿਰ ਕੀ ਹੋ ਜੂ, ਨਾ ਪੈਊ ਖੱਫਣ, ਨਾ ਕੋਈ ਫੁੱਲ ਚੁਗੂ ਸੰਸਕਾਰ ਕਰੂ, ਫਿਰ ਕੀ ਹੋ ਜੂ। ਸੂਬਾ ਸਰਹੰਦ ਕੁਰਸੀ ਤੋਂ ਉੱਠ ਕੇ ਕਹਿੰਦਾ ਤੇਰੀ ਜ਼ੁਬਾਨ ਛੋਟੀ ਹੈ, ਗੱਲਾਂ ਬੜੀਆਂ ਕਰਦਾ ਏ। ਕਹਿਣ ਲੱਗੇ ਪੁੱਤ ਕਿਹਦਾ, ਗੋਬਿੰਦ ਸਿੰਘ ਦਾ ਪੁੱਤ ਹੈ ਮੈਂ। ਕਹਿੰਦੇ ਤੇਰੇ ਪਿਓ ਨੂੰ ਫੜ ਲਿਆ, ਕਹਿੰਦਾ ਜ਼ੁਬਾਨ ਬੰਦ ਕਰ ਵਜੀਦ ਖਾਂ, ਤੇਰਾ ਕੋਈ ਮਰਦ ਜੰਮਿਆ ਨਹੀਂ ਜਿਹੜਾ ਮੇਰੇ ਪਿਓ ਨੂੰ ਹੱਥ ਘੜੀ ਲਾ ਲੇ। ਕਦੇ ਆਪਣੀ ਗੈਰਤ ਸਿੱਖੋ ਰੱਖੋ। ਆਪਾਂ ਬੱਚੇ ਆ ਗੁਰੂ ਗੋਬਿੰਦ ਸਿੰਘ ਦੇ। ਮਹਾਰਾਜ ਨੇ ਆਪਾਂ ਨੂੰ ਪਿਆਰ ਦਿੱਤਾ, ਬੰਦਗੀ ਦਿੱਤੀ, ਮੁਹੱਬਤ ਦਿੱਤੀ, ਬੜਾ ਕੁਝ ਦਿੱਤਾ ਮੇਰੇ ਗੁਰੂ ਗੋਬਿੰਦ ਸਿੰਘ ਨੇ। ਬੰਦਾ ਉਦੋਂ ਸੱਚ ਛਪਾਉਂਦਾ ਜਦੋਂ ਇਤਿਹਾਸ ਭੁੱਲ ਜਾਂਦਾ। ਹਰ ਬੰਦਾ ਕਹਿੰਦਾ ਆਪਾਂ ਕੀ ਲੈਣਾ, ਰਹਿਣ ਦਿਓ ਬੋਲਣੋਂ। ਪਰ ਨਹੀਂ, ਪਤਾ ਨਹੀਂ ਹੁਣ ਆਪਣਾ ਐਕਸੀਡੈਂਟ ਹੋਣਾ, ਸ਼ੂਗਰ ਹੋਣੀ, ਕੈਂਸਰ ਹੋਣੀ, ਅਟੈਕ ਹੋਣਾ। ਗੁਰਬਾਣੀ ਕਹਿੰਦੀ ਕਿਆ ਜਾਣਾ ਕਿਵੇਂ ਮਰਾਂਗੇ, ਕੀ ਪਤਾ ਆਪਾਂ ਕਿੱਦਾਂ ਮਰਨਾ। ਪਰ ਜਿੰਨੇ ਕੁ ਸਾਹ ਹੈਗੇ ਸ਼ਹੀਦੀ ਨਹੀਂ ਦੇ ਸਕਦੇ, ਉਹਦੀ ਗੱਲ ਤੇ ਕਰ ਹੀ ਸਕਦੇ। ਗੱਲ ਕਰਨਾ ਤੇ ਨਹੀਂ ਪਾਪ। ਇਹ ਗੱਲ ਇਸ ਕਰਕੇ ਕੀਤੀ ਜਾਂਦੀ ਸਾਧ ਸੰਗਤ ਜੀ, ਦੁੱਖ ਹੁੰਦਾ। ਉਹ ਕਹਿੰਦਾ ਮੁਖਤਿਆਰ ਸਿੰਘ ਗੁੱਸਾ ਨਾ ਕਰੀ, ਮੈਨੂੰ ਪਤਾ ਅੱਜ ਤੋਂ ਬਾਅਦ ਤੂੰ ਮੇਰੇ ਨਾਲ ਬੋਲਣਾ ਨਹੀਂ। ਕਹਿੰਦਾ ਕੀ ਹੋਇਆ, ਕਹਿੰਦਾ ਕਿੰਨੇ ਪੈਸੇ ਲਾਏ ਕੋਠੀ ਤੇ, ਕਹਿੰਦਾ 1.5 ਕਰੋੜ। ਕਹਿੰਦਾ ਵਾਸ਼ਰੂਮ ਤੇ ਕਿੰਨੇ ਲਾਏ, ਪਤਾ ਨਹੀਂ ਉਹਨੇ 60 ਕਿ 70 ਲੱਖ ਕਿਹਾ। ਕਹਿਣ ਲੱਗਾ ਕਦੇ ਆਪਣੀ ਭੈਣ ਦੇ ਘਰ ਗਿਆ, ਕਿਉਂਕਿ ਕਈ ਵਾਰੀ ਜਦੋਂ ਵਿਆਹ ਹੋ ਜਾਂਦਾ ਨਾ ਤੇ ਰਿਸ਼ਤੇ ਨਵੇਂ ਜੁੜਦੇ ਤੇ ਘਰ ਵਾਲੀ ਲਹੂ ਦੇ ਰਿਸ਼ਤਿਆਂ ਤੋਂ ਤੋੜ ਦਿੰਦੀ ਬੰਦੇ ਨੂੰ। ਇਹ ਘਰ ਘਰ ਦੀ ਕਹਾਣੀ ਹੈ, ਇਸ ਪਾਸੇ ਨਹੀਂ ਮੈਂ ਜਾਣਾ। ਇਹ ਚੱਕਰ ਚੱਲਦਾ ਏ ਵੀ ਜਿਹੜੇ ਲਹੂ ਦੇ ਰਿਸ਼ਤੇ ਹੁੰਦੇ ਉਹ ਫਿਰ ਸ਼ਪੈਦ ਹੋ ਜਾਂਦੇ ਆ ਨਾ। ਤੇ ਉਹ ਕਹਿੰਦਾ ਵੀ ਤੂੰ ਮੈਨੂੰ ਪਤਾ ਅੱਜ ਤੋਂ ਬਾਅਦ ਮੇਰੇ ਨਾਲ ਬੋਲਣਾ ਨਹੀਂ, ਪਰ ਮੈਨੂੰ ਵੀ ਰੱਬ ਨੇ ਇਦਾਂ ਦਾ ਬਣਾਇਆ, ਮੈਂ ਮੂੰਹ ਤੇ ਸੱਚ ਕਹਿਣਾ ਭਾਵੇਂ ਤੜਕਾ ਹੀ ਲੱਗੇ। ਕਹਿਣ ਲੱਗੇ ਗੱਲ ਕੀ ਹੈ, ਕਹਿੰਦਾ ਆਪਣੀ ਭੈਣ ਦੇ ਘਰ ਗਿਆ, ਗੱਲ ਨੱਪੇ ਜੇ। ਕਹਿੰਦਾ ਨੱਪਣਾ ਓਏ, ਤੂੰ ਭਰਾ ਹੈ ਉਹਦਾ, ਤੇਰੀ ਭੈਣ ਦੇ 2 ਕਮਰੇ ਅਤੇ 2 ਦੀ ਛੱਤ ਬਾਲਿਆਂ ਵਾਲੀ। ਓਏ ਜੇ ਤੂੰ ਕਰਨਾ ਹੀ ਸੀ ਕੁਝ, ਆਪਣੇ ਬਾਥਰੂਮ ਤੇ 60 ਲੱਖ ਲਾਉਣ ਵਾਲਿਆ, ਕਿਤੇ 4 ਲੱਖ 'ਚ ਆਪਣੀ ਭੈਣ ਦੀ ਛੱਤ ਪਾ ਦਿੰਦਾ, ਤੈਨੂੰ ਰੱਬ ਦਰਗਾਹ 'ਚ ਥਾਂ ਦੇ ਦਿੰਦਾ। ਉਹਨੇ ਸੱਚ ਬੋਲਿਆ। ਉਹਨੇ ਇਹ ਵੀ ਕਹਿਤਾ ਮੈਨੂੰ ਪਤਾ ਵੀ ਮੈਂ ਗੱਲ ਕਹਿਣ ਲੱਗਾ, ਮੈਨੂੰ ਤੂੰ ਰਿਸ਼ਤਾ ਤੋੜ ਦੇਣਾ ਅੱਜ ਤੋਂ ਬਾਅਦ ਮੇਰੇ ਨਾਲ। पर इस करके कुछ वो हैं जो चलते हैं जमाने के साथ साथ, कुछ वो हैं जो जमाने को बदल देते हैं। मेरा नानक दुनिया नूं तारन आया सी। बापू कहंदा माया किद्दां कमाउणी, मारी कहंदे हाँ बापू दस। कहंदे पुत्र तैनूं पता तू पटवारी दा पुੱਤ है, राए भोए दी तलवंडी दा पटवारी है मैं, ਤੇ ਤੂੰ ਮੇਰਾ ਪੁੱਤ ਹੈ। ਤੂੰ ਤੇ ਇਦਾਂ ਦਾ ਬਣ ਗਿਆ ਜਿਵੇਂ ਇੱਕ ਪੱਕਾ ਫਕੀਰ ਹੋਵੇ। ਔਰ ਇਸ ਕਰਕੇ ਕਹਿੰਦੇ ਤੂੰ ਗ੍ਰਸਤ ਤੋਂ ਬਿਨਾ ਕੀ ਕਰੇਂਗਾ। ਕਿੰਨਾ ਸੋਹਣਾ ਤੇਰਾ ਚਿਹਰਾ ਏ, ਸਾਡੇ ਦੋਵਾਂ ਜੀਆਂ ਦੇ 100 ਚ ਆਏ, ਤੈਨੂੰ ਪੜ੍ਹਾਈਏ ਲਿਖਾਈਏ, ਦੁਕਾਨ ਪਾ ਕੇ ਦਈਏ, ਮੇਰੇ ਤੋਂ ਵੀ ਵੱਡਾ ਉਹਦਾ ਮਿਲੇ, ਤੇਰਾ ਵਿਆਹ ਕਰੀਏ। ਤੂੰ ਤਾਂ ਪੁੱਤਰ ਨਾਨਕ ਸਾਡੇ ਚਾਵਾਂ ਤੇ ਪਾਣੀ ਪਾ ਦਿੱਤਾ, ਤੂੰ ਤਾਂ ਸਾਡੇ ਚਾਅ ਜਿਹੜੇ ਉਹ ਰੋਲ ਦਿੱਤੇ ਹਨ।
ਹਉ ਜਾਣਤ ਸੁਧ ਹੋਵੈ ਸੁਖਕਾਰੀ। ਕਹਿੰਦੇ ਨਾਨਕ ਹਰ ਬਾਪ ਚਾਹੁੰਦਾ ਏ ਕਿ ਮੈਂ ਛੇਤੀ ਛੇਤੀ ਬੱਚੇ ਕੰਮ ਤੇ ਲਗਾਵਾਂ ਤੇ ਫ੍ਰੀ ਹੋਵਾਂ, ਕਿਉਂਕਿ ਸੱਚ ਹੈ ਨਾ, ਜ਼ਿੰਦਗੀ ਇੱਕ ਸੰਘਰਸ਼ ਹੈ। ਤੁਹਾਡੇ 'ਚ ਬਹੁਤਿਆਂ ਦੇ ਬੱਚੇ ਸੈੱਟ ਹੋਏ, ਰੱਬ ਕਰੇ ਕਿਰਪਾ ਕਰੇ, ਜਿਨ੍ਹਾਂ ਦੇ ਹੋਣੇ ਉਹ ਵੀ ਹੋ ਜਾਣ। ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਵੀ ਅਸੀਂ ਬੜੇ ਧੱਕੇ ਖਾ ਕੇ, ਬੜੀ ਮਿਹਨਤ ਕਰ ਕਰਕੇ ਵਿਦੇਸ਼ਾਂ 'ਚ ਬੱਚੇ ਪੜ੍ਹਾਏ ਲਿਖਾਏ। ਸ਼ੁਕਰ ਰੱਬ ਦਾ, ਅੱਜ ਸਾਡੇ ਬੱਚਿਆਂ ਨੇ ਆਪ ਕਿਹਾ ਕਿ ਪਾਪਾ ਤੁਸੀਂ ਹੁਣ ਕੰਮ ਨਹੀਂ ਕਰਿਆ ਕਰਨਾ, ਤੁਸੀਂ ਘਰੇ ਰਹਿ ਕੇ ਕਥਾ ਸੁਣੋ, ਦਰਸ਼ਨ ਮੇਲੇ ਕਰੋ, ਅਸੀਂ ਮਿਹਨਤ ਕਰਾਂਗੇ। ਉਦੋਂ ਫਿਰ ਬੰਦੇ ਨੂੰ ਠੰਡ ਪੈ ਜਾਂਦੀ ਵੀ ਵਾਹ ਮੇਰੇ ਜਿਉਂਦੇ ਜੀ ਮੇਰਾ ਮੁੱਲ ਮੁੜ ਗਿਆ। ਕਈਆਂ ਵਿਚਾਰਿਆਂ ਦੀ ਕਿਸਮਤ ਮਾੜੀ ਹੁੰਦੀ ਤੇ ਨਹੀਂ ਵੀ ਸੁੱਖ ਲਿਖਿਆ ਹੁੰਦਾ। ਹਾਂਜੀ, ਤੋ ਇਸ ਕਰਕੇ ਮਹਿਤਾ ਕਲਿਆਣ ਦਾਸ ਜੀ ਇਮੋਸ਼ਨਲ ਹੋ ਗਏ। ਪਟਵਾਰੀ ਸਾਹਿਬ ਕਹਿੰਦੇ ਨਾਨਕ ਮੇਰੇ ਸੁਪਨੇ ਨਾ ਤੋੜਦੀ, ਮੈਂ ਚਾਹੁੰਦਾ ਹੈ ਤੂੰ ਛੇਤੀ ਛੇਤੀ ਜਵਾਨ ਹੋ। 15 ਸਾਲਾਂ ਦਾ ਤਾਂ ਹੋ ਗਏ ਮਹਾਰਾਜ ਜੀ, ਤੇ ਆ ਸਾਰਾ ਜਾਇਦਾਦ ਕਾਰੋਬਾਰ ਛੇਤੀ ਸਾਂਭ ਲਾ ਤੇ ਮੈਨੂੰ ਫਰੀ ਕਰ ਦੇ। ਐਸੀਆਂ ਬਾਤਾਂ ਰੱਬ ਦੇ ਨਾਲ ਫਿਰ ਵੀ ਜਿੱਦਾਂ ਮਰਜੀ ਜੀ, ਰੱਬ ਦੇ ਪਿਤਾ ਏ ਮਹਿਤਾ ਕਲਿਆਣ ਦਾਸ। ਭਾਵੇਂ ਇਤਿਹਾਸ ਬਣਨਾ ਏ, ਉਹ ਦੁਨੀਆ ਦੇ ਵਿੱਚ ਇੱਕ ਦੁਨੀਆ ਨੂੰ ਦੇਣ ਆਏ ਸੀ ਕੁਝ, ਉਹ ਸਾਡੇ ਵਾਸਤੇ ਪੋਥੀਆਂ ਬਣਦੀਆਂ ਸੀ, ਕਿਉਂਕਿ ਗੁਰੂ ਨਾਨਕ ਦਾ ਬਾਪ ਬਣਨਾ ਵੀ ਕਿਤੇ ਸੌਖਾ। ਕਿੰਨੀ ਕਮਾਈ ਹੋਵੇਗੀ, ਰੱਬ ਜਿਨ੍ਹਾਂ ਦੇ ਘਰ ਖੁਦ ਆਗਾਜ਼ ਹੋਇਆ ਹੈ। ਜਨਮਤ ਮਨ ਭਾਪਰ ਵਸਾ, ਨਾਨਕ ਕਰਹਿ ਨਾਮ ਪ੍ਰਕਾਸ਼ਾ। ਕਹਿੰਦੇ ਨਾਨਕ ਤੈਨੂੰ ਇਹ ਸਾਧ ਸੰਗਤ ਹਰ ਮਾਂ-ਬਾਪ ਦੀ ਕਮਜ਼ੋਰੀ ਆਏ। ਅਸੀਂ ਵੀ ਮਾਂ-ਬਾਪ, ਤੁਸੀਂ ਵੀ, ਜਦੋਂ ਬੱਚੇ ਵਿਗੜਦੇ ਦਿਸਣ ਤੇ ਮਾਂ ਪਿਓ ਫਿਰ ਆਖਰੀ ਉਹਨਾਂ ਕੋਲ ਇੱਕੋ ਹੀ ਹੱਲ ਹੁੰਦਾ, ਅੱਖਾਂ ਦਾ ਪਾਣੀ। ਬੱਚਿਆਂ ਅੱਗੇ ਹੱਥ ਜੋੜਨੇ ਕਿ ਪੁੱਤ ਵੇਖੋ, ਤੁਹਾਨੂੰ ਇੱਦਾਂ ਹੀ ਹੁੰਦਾ ਨਾ। ਕਹਿੰਦੇ ਫਿਰ ਮਹਿਤਾ ਕਲਿਆਣ ਦਾਸ ਜੀ ਨੇ ਸਾਰੇ ਕੰਮ ਕਰ ਲਏ। ਹੁਣ ਇੱਕੋ ਚੀਜ਼ ਸੀ, ਅੱਜ ਨਿਮਰਤਾ 'ਚ ਬੈਠਾ। ਕਈ ਵਾਰੀ ਕਈ ਬੰਦੇ ਗਰਮ ਸੁਭਾਅ ਦੇ ਹੁੰਦੇ, ਉਹ ਮਰਗ ਤੇ ਵੀ ਨਹੀਂ ਰੋਂਦੇ, ਪਰ ਜੇ ਕਿਤੇ ਰੱਬ ਨਾ ਕਰੇ ਉਹਨਾਂ ਦਾ ਵਿਰਾਗ ਛੁੱਟ ਪਏ ਤੇ ਫਿਰ ਉਹਨਾਂ ਨੂੰ ਚੁੱਪ ਕਰਾਉਣਾ ਵੀ ਔਖਾ। ਮੈਂ ਕਈਆਂ ਨਾਲ ਇਸ ਤਰ੍ਹਾਂ ਵਰਤਿਆਂ, ਛੇਤੀ ਕੀਤਿਆਂ ਕਦੇ ਨਹੀਂ ਮਨ ਛੱਡਦੇ। ਇੰਨਾ ਆਪਾਂ ਕਹੀਦਾ ਵੀ ਇਹ ਕਿੱਦਾਂ ਦਾ ਜਵਾਨ ਮੌਤ ਇਹ ਤਾਂ ਵੀ ਨਹੀਂ ਰੋਂਦਾ। ਕਈਆਂ ਨੂੰ ਆਪਾਂ ਕਹਿੰਦੇ ਪੱਥਰ ਦਿਲ, ਪਰ ਜਦੋਂ ਕਿਤੇ ਫਿਰ ਉਹ ਛੁੱਟਦੇ ਨਾ ਵਿਰਾਗ, ਉਹਨਾਂ ਨੂੰ ਚੁੱਪ ਕਰਾਉਣਾ ਔਖਾ ਹੋ ਜਾਂਦਾ। ਇਹ ਆਪੋ ਆਪਣੀ ਅੰਦਰ ਦੀ ਫਿਦਰਤ ਹੈ। ਤੇ ਉਹ ਕਹਿੰਦੇ ਅੱਜ ਪਟਵਾਰੀ ਮਹਿਤਾ ਕਲਿਆਣ ਦਾਸ ਜੀ ਦੇ ਵਿਰਾਗ ਹੈ। ਕਹਿੰਦੇ ਨਾਨਕ ਤੈਨੂੰ ਪਤਾ 5 ਸਾਲ ਛੋਟਾ ਹੈ ਤੂੰ ਬੇਬੇ ਨਾਨਕੀ ਤੋਂ, ਤੇ 5 ਸਾਲ ਅਸੀਂ ਕਿੰਨੀਆਂ ਅਰਦਾਸਾਂ ਕਰਾਈਆਂ, ਕਿੰਨੀਆਂ ਸੁਖਣਾ ਸੁਖੀਆਂ ਤੇਰੇ ਆਉਣ ਵਾਸਤੇ, ਤੇ ਮਨ 'ਚ ਚਾਹ ਸੀ ਜਿੱਦਣ ਤੇਰਾ ਪ੍ਰਕਾਸ਼ ਹੋਇਆ ਸੀ, ਨਾਨਕ ਕਰ ਹੈ ਨਾਮ ਪ੍ਰਗਾਸਾ, ਕਿ ਅੱਜ ਮੇਰਾ ਨਾਨਕ ਸਾਡੇ ਘਰ ਆ ਗਿਆ ਤੇ ਸਾਡਾ ਨਾਂ ਉੱਚਾ ਕਰੇਗਾ। ਗਰਭਤ ਮਾਵਨ ਮੈਂ ਦਸ ਲੀਰੂ, ਜਾਣੈ ਸਭ ਗੁਰ ਮਾਈ ਕਨੀਰੂ। ਔਰ ਇਸ ਕਰਕੇ ਕਹਿੰਦੇ ਮੈਨੂੰ ਚਾਹ ਸੀ ਕਿ ਮੇਰਾ ਪੁੱਤਰ ਇੰਨੀ ਕਮਾਇਆ ਕਮਾਵੇਗਾ ਕਿ ਜਾਣੈ ਸਭ ਪੁਰ, ਚਾਰੇ ਪਾਸੇ ਰੌਲਾ ਪੈ ਜਾਏਗਾ ਵੀ ਫਲਾਣੇ ਦੇ ਪੁੱਤਰ ਨੇ ਕਮਾਈ ਕੀਤੀ, ਕਮਾਲ ਕਰ ਦਿੱਤਾ। ਜਿਮ ਰੰਗਾ ਕੋ ਇੰਦ ਨਿਹਾਰੀ, ਦੇਖ ਸਰਾਹੇ ਸਭ ਨਰ ਨਾਰੀ। ਕਹਿੰਦੇ ਨਾਨਕ ਜਿੱਦਾਂ ਪੂਰਨਮਾਸੀ ਦੇ ਚੰਦਰਮਾ ਨੂੰ ਰਾਤ ਨੂੰ ਸਾਰੇ ਆਪਣੇ ਘਰਾਂ 'ਚ ਵਿਹੜੇ 'ਚ ਖੜੋ ਕੇ ਵੇਂਦੇ ਐ, ਸਾਰੇ ਕਹਿੰਦੇ ਅੱਜ ਕਿੰਨਾ ਗੋਲ ਹੈ, ਕਿੰਨਾ ਸੁੰਦਰ ਹੈ। ਮੇਰੇ ਨਾਨਕ ਮੇਰੀ ਵੀ ਇੱਛਾ ਹੈ ਕੋਈ ਦਿਨ ਇੱਦਾਂ ਦਾ ਆਵੇ ਕਿ ਮੇਰੇ ਪੁੱਤਰ ਦੀ ਚੰਦ ਵਾਂਗੂ ਚਮਕ ਪਵੇ। ਪਰ ਉਹਨੂੰ ਇਹ ਨਹੀਂ ਪਤਾ ਕਿ ਜਿਹਨੂੰ ਮੈਂ ਚੰਦ ਦੀ ਉਦਾਹਰਨ ਦੇ ਰਿਹਾ, ਚੰਦਰਮਾ ਦੇ ਵਿੱਚ ਵੀ ਦਾਗ ਹੈ, ਮੇਰੇ ਨਾਨਕ ਨੂੰ ਕੋਈ ਦਾਗ ਨਹੀਂ। ਉਹਨੂੰ ਕੀ ਪਤਾ ਬਾਪੂ ਨੂੰ ਵੀ ਜਿਸ ਨੂੰ ਮੈਂ ਕਹਿੰਦਾ ਤੂੰ ਚਮਕ, ਉਹਨੇ ਗੁਰਬਾਣੀ ਇਸ ਜੱਗ ਮੈਂ ਇੰਨਾ ਕਿ ਚਾਨਣ ਸਿੱਖਾਂ ਨੂੰ ਦੇ ਜਾਣਾ ਜਿਹੜਾ ਰਹਿੰਦੀ ਦੁਨੀਆ ਤੱਕ ਕਦੇ ਹਨੇਰਾ ਹੀ ਨਹੀਂ ਹੋਊਗਾ। ਗੁਰਬਾਣੀ ਦਾ ਚਾਨਣ ਇੰਨਾ ਇਹ ਕਿਤੇ ਮੱਠਾ ਥੋੜਾ ਹੋਣਾ ਹੈ। ਗੋਰੇ ਲੋਕਾਂ ਨੇ ਇਸ ਚਾਨਣ ਦੇ ਥੱਲੇ ਆ ਕੇ ਦਸਤਾਰਾਂ ਸਜਾ ਲੀਆਂ, ਦਾੜੇ ਰੱਖ ਲਏ, ਚਾਨਣ ਹੀ ਹੈ। ਜਿਹਨੂੰ ਚਾਨਣ ਹੋ ਗਿਆ ਉਹ ਨਸ਼ੇ ਛੱਡ ਗਿਆ, ਜਿਹਨੂੰ ਚਾਨਣ ਹੋ ਗਿਆ ਪੱਗ ਬੰਨ੍ਹਣ ਲੱਗ ਪਿਆ, ਜਿਹਨੂੰ ਚਾਨਣ ਹੋ ਗਿਆ ਸ਼ਰਾਬ ਛੱਡਤੀ, ਜਿਹਨੂੰ ਚਾਨਣ ਹੋ ਗਿਆ ਉਹਨੇ ਕੁਸੰਗਤ ਛੱਡਤੀ ਏ, ਤੇ ਜਿਹਨੂੰ ਹੋਈ ਜਾਂਦਾ ਚਾਨਣ ਉਵੇਂ ਉਵੇਂ ਉਹਦਾ ਅੰਦਰ ਬਦਲ ਜਾਂਦਾ ਹੈ। ਰਾਹੂ ਸਰਸ ਤੂੰ ਭਾਕਰ ਮਾਈ, ਸਭ ਵਿਦ ਮੰਦ ਕਰਤ ਪਾਤਾਈ। ਔਰ ਇਸ
ਕਵੀ ਰਾਜ ਜੀ ਨੇ ਕਮਾਲ ਦੀ ਗੱਲ ਕਰਤੀ। ਕਹਿੰਦੇ ਪਹਿਲਾਂ ਕਹਿੰਦਾ ਮੈਂ ਚਾਹੁੰਦਾ ਸੀ ਕਿ ਚੰਦਰਮਾ ਵਾਂਗੂ ਚਮਕੇ ਲੋਕ ਵੇਖਣ, ਤੂੰ ਤੇ ਲੱਗਦਾ ਗ੍ਰਹਿਣ ਹੀ ਆ ਗਿਆ। ਕੋ ਸਤਨਾਮ ਬਾਬੇ ਨਾਨਕ ਨੂੰ ਕਹਿਤਾ ਪਿਤਾ ਜੀ ਨੇ, ਕਹਿੰਦੇ ਤੂੰ ਤੇ ਚੰਦਰਮਾ ਨੂੰ ਵੀ ਜਿਵੇਂ ਗ੍ਰਹਿਣ ਲੱਗਾ ਹੁੰਦਾ, ਤੂੰ ਤੇ ਗ੍ਰਹਿਣ ਤੇ ਨਹੀਂ ਬਣ ਗਿਆ ਵੀ ਸਾਡੀਆਂ ਆਸਾਂ ਸੀ ਵੀ ਚੰਦ ਵਾਂਗੂ ਚਮਕੇ, ਪਰ ਤੇਰੇ ਕੰਮ ਸਾਰੇ ਗ੍ਰਹਿਣ ਵਾਲੇ ਹੀ ਹੈ। ਆਪਣੀ ਛਾਪ ਤੇ ਗੜਵੀ ਸਾਧਾਂ ਨੂੰ ਫੜਾ ਆਉਂਦਾ ਸੀ, ਲਾ ਕੇ ਆਪਣੀ ਕੰਬਲੀ ਤੂੰ ਨੰਗਿਆਂ ਨੂੰ ਭਾ ਆਉਂਦਾ ਸੀ। ਵਾਹ ਓਏ ਮੇਰੇ ਮੋਦੀਆ ਤੂੰ ਮੋਦੀ ਖਾਨਾ, ਓਏ ਤੇਰੇ ਜਿਹਾ ਸੌਦਾ ਕਿਸੇ ਮੁੜ ਕੇ ਨਹੀਂ। ਕਿਰਤੀ ਦੀ ਝੁੱਗੀ ਵੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ, ਦੁਖੀਆਂ ਦੀ ਖਾਤਰ ਨਾਨਕਾ ਬਾਜ਼ਾਰਾਂ ਵਿੱਚ ਵਿਕ ਗਿਓ। ਬਾਲਾ ਤੇ ਮਰਦਾਨਾ ਦੋ ਯਾਰ ਕੈਸੇ ਚੁਣੇ ਤੈ, ਕੋੜੀਆਂ ਦੇ ਕੀਰ ਨੇ ਕੁੱਲੀਆਂ 'ਚ ਜਾ ਕੇ ਸੁਣੇ। ਧੰਨ ਮੇਰੇ ਬਾਬਾ ਤੂੰ ਕਿੰਨਾ ਮਹਾਨ ਹੈ। ਏਕ ਨਮਤ ਮਨ ਬਨਤ ਕਰਨ ਕੀ, ਬਹੁਰ ਨਕਤ ਹੀ ਰੀਤ ਕਰਨ ਕੀ। ਇਸ ਕਰਕੇ ਕਹਿੰਦੇ ਤੈਨੂੰ ਨਾਨਕ ਭੋਰਾ ਅਕਲ ਨਹੀਂ। ਵਾਹਿਗੁਰੂ ਪਿਤਾ ਜੀ ਹੈ ਨਾ, ਕਹਿੰਦੇ ਚਾਅ ਹੀ ਮਾਰਤੇ ਸਾਡੇ ਤੋਂ, ਚਾਅ ਹੀ ਮਿੱਟੀ 'ਚ ਰੋਲਤੇ। ਬੜੀਆਂ ਆਸਾਂ ਤੇਰੇ ਤੋਂ ਰੱਖੀਆਂ ਬਾਪੂ ਭੋਲਿਆ। ਪਟਵਾਰੀ ਸਾਹਿਬ ਤੈਨੂੰ ਕੀ ਪਤਾ, ਤੂੰ ਜਿਹੜੇ ਨਾਨਕ ਨੂੰ ਕਹਿੰਦਾ ਮੇਰੀਆਂ ਆਸਾਂ ਹੀ ਰੋਲਤੀਆਂ। ਧਿਆਨ ਦਿਓ ਜੀ, ਹੁਣ ਗੱਲ ਬੜੀ ਪਿਆਰੀ ਹੈ। ਜਿਸ ਰੱਬ ਨੂੰ ਉਹਦਾ ਪਿਤਾ ਕਹਿੰਦਾ ਤੂੰ ਮੇਰੀਆਂ ਆਸਾਂ ਹੀ ਰੋਲਤੀਆਂ, ਉਹਨੂੰ ਕੀ ਪਤਾ ਕੋਈ ਦਿਨ ਇਦਾਂ ਦਾ ਹੋਣਾ ਜਿਹਦੀਆਂ ਆਸਾਂ ਕੋਈ ਨਹੀਂ ਪੂਰੀਆਂ ਕਰ ਸਕਦਾ। ਗੁਰੂ ਨਾਨਕ ਦੇਵ ਕਰਿਆ ਕਰਨਗੇ। ਬੋਲੇ ਸੋ ਨਿਹਾਲ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਸਭ ਗੁਣ ਤੇਰੇ ਜੀ ਅਵਗਣ ਮੇਰੇ ਰਾਮ, ਸਭ ਗੁਣ ਤੇਰੇ ਜੀ ਅਵਗਣ ਮੇਰੇ ਰਾਮ। ਸਭ ਗੁਣ ਤੇਰੇ ਜੀ ਅਵਗੁਣ ਮੇਰੇ ਰਾਮ, ਸਭ ਗੁਣ ਤੇਰੇ ਜੀ ਅਵਗੁਣ ਮੇਰੇ ਰਾਮ। ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਮਨਸਾ ਮੇਰੇ ਰਾਮ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ, ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ, ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਸਤਿਗੁਰੂ ਮਹਾਰਾਜ ਮੈਂ ਨਿਰਗੁਣਾਂ ਦਾ ਭਰਿਆ ਹਾਂ, ਸਾਰੇ ਗੁਣ ਤੇਰੇ ਹੈ। ਮੈਨੂੰ ਪਤਾ ਹੈ ਮੇਰੀ ਕਿਤਿਓਂ ਵੀ ਆਸ ਨਾ ਪੂਰੀ ਹੋਈ, ਤੇਰੇ ਘਰੋਂ ਜ਼ਰੂਰ ਹੋਵੇਗੀ। ਸਗਲ ਦਵਾਰ ਕੋ
ਗਹਿਓ ਤੁਹਾਰੋ ਬਾਹੇ ਗਹੇ ਕੀ ਲਾਜ ਅਸ। ਵਾਹਿਗੁਰੂ ਜੀ ਕਾ